सत श्री अकाल जी। चढ़दी कला टाइम टीवी वेख रहे सारे दर्शकों का स्वागत है। तुसीं देख रहे हो प्रोग्राम सीधी गल प्रोफैसर मनजीत सिंह दे नाल। मैं हाँ तुहाडे नाल मनदीप कौर खालसा। प्रोफैसर साहब साडे नाल जुड़ चुके हैं। सब तो पहला उन्हां दा स्वागत कर लैंदे हां। स्वागत है प्रोफैसर साहब आप जी का प्रोग्राम दे विच। बहुत बहुत धन्यवाद मनदीप जी। जी प्रोफैसर साहब हुण जे असीं शुरुआत कर लईए अज दे प्रोग्राम की, जां जिवें असीं बीते दिन भी गल कीती सी नितिन गडकरी हुणां ने ते देश के प्रधानमंत्री नरेंद्र मोदी हुणां ने जो नवे खेती आर्डीनेंस ने उन्हां दे संबंध विच गल कीती ते उन्हां ने कहा है कि प्रधानमंत्री नरेंद्र मोदी ने कहा कि असीं तां किसानां नूं मुक्त करना चाहुंदे हां। नितिन गडकरी हुणां ने कहा कि नहीं, जिहड़े किसान जिहड़े ने झोना ते कणक बीजण वाले किसान जिहड़े ने वो आप हुण अपना हिसाब ला लैण, क्योंकि साडे कोल 3 साल का स्टॉक जिहड़ा जमा है फसल का। सो इन्हां सारियां गल्लां दे विच हुण किसानां ने प्रोटेस्ट करने शुरू कर दिते ने। काफ़ी वड्डे पद्धर ते प्रोटेस्ट हो रहे हैं। तृप्त रजिंदर सिंह बाजवा हुणां दा भी एक बयान सामने आया। उन्होंने कहा है कि सर्व पार्टी मीटिंग सद्दी जानी चाहिए इस मसले ते। यह मसला बहुत गंभीर है। इस तो इलावा खेती कमिश्नर BS सिद्धू हुणां ने ते होर भी कई इकनॉमिस्ट जिहड़े ने उन्होंने सरकार की आलोचना की है इस मुद्दे ते। बिल्कुल मनदीप, तुसीं ते चंगा घेरा वल के सारी गल कर ही लई है। मैं तो इन्नी गल ही नाल ऐड करनी चाहुंदा आ कि ये जिस रस्ते ते चल पे है, मैं हैगा तो सैक्सिस्ट कमेंट याद, पर वो जिहड़ा पेंडू साडे पुराने जदों असीं बच्चे सी दसदे सी एक कमली दूजी पै गई सेवियां दे राह। ਹੁਣ ਇਹ ਉਸ ਪਾਸੇ ਨੂੰ ਚੱਲ ਪਿਆ ਜਿੱਥੇ ਇਹ ਆਪ ਹੀ ਆਪਣੇ ਪੈਰਾਂ ਤੇ ਸਾਡੀ ਜਿਹੜੀ ਯੂਨੀਅਨ ਗਵਰਨਮੈਂਟ ਆ, ਦਿੱਲੀ ਵਾਲੀ ਸਰਕਾਰ ਹੈ, ਉਹ ਆਪਣੇ ਪੈਰਾਂ ਤੇ ਆਪ ਹੀ ਕੁਹਾੜੇ ਮਾਰਨ ਲਈ ਤਿਆਰ ਬੈਠੀ ਆ। ਮਤਲਬ ਰੋਜ਼ ਹੀ ਜਾਣੀ ਜੇ ਪੈਰ ਤੇ ਕੁਹਾੜਾ ਨਹੀਂ ਵੱਜਦਾ ਤੇ ਆਪ ਹੀ ਪੈਰ ਕੁਹਾੜੇ ਤੇ ਮਾਰ ਲੈਂਦੇ, ਇਸ ਤਰ੍ਹਾਂ ਵੀ ਕਰ ਲੈਂਦੇ। ਇਹ ਹਾਲਤ ਬਣੀ ਹੋਈ ਆ ਅੱਜ ਦੀ। ਮਤਲਬ ਤੁਸੀਂ ਕਿਸਾਨੀ ਨੂੰ ਇਸ ਦੇਸ਼ ਦੇ ਵਿੱਚ ਧੱਕਾ ਦੇ ਕੇ ਕੀ ਖੱਟਣਾ ਚਾਹੁੰਦੇ? ਕਿ ਇਹ ਦੇਸ਼ ਚਲਾ ਲੋਗੇ? ਨਾ ਰਾਜਨੀਤਿਕ ਤੌਰ ਤੇ ਸਥਿਰਤਾ ਰਹੂਗੀ, ਨਾ ਆਰਥਿਕ ਤੌਰ ਤੇ ਸਥਿਰਤਾ ਰਹੂਗੀ, ਕਿਸੇ ਵੀ ਤਰੀਕੇ। ਇਹਦੀ ਬੈਕਬੋਨ ਜਿਹੜੀ ਰੀੜ੍ਹ ਦੀ ਹੱਡੀ ਆ ਉਹ ਕਿਸਾਨ ਹੈਗੇ ਆ ਔਰ ਖੇਤੀ ਔਰ ਮਜ਼ਦੂਰ ਹੈਗੇ ਆ। ਉਹਨਾਂ ਨੂੰ ਇਸ ਢੰਗ ਨਾਲ ਤੁਸੀਂ ਕਰੋਗੇ, ਬੇਦਖਲ ਕਰ ਦੋਗੇ, ਆਪਣੇ ਹੀ ਖਾਨਾ ਬੇਦੋਸ਼ ਕਰ ਦੋਗੇ ਉਹਨਾਂ ਪਿੰਡਾਂ ਤੋਂ। ਕਿਉਂਕਿ ਜਿਸ ਤਰੀਕੇ ਨਾਲ ਆਜ਼ਾਦੀ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਜ਼ਮੀਨਾਂ ਤੋਂ ਅਲੱਗ ਕਰ ਦੇਣਗੇ, ਜ਼ਮੀਨਾਂ ਉਹਨਾਂ ਦੀਆਂ ਵਿਕ ਜਾਣਗੀਆਂ, ਸ਼ਹਿਰਾਂ 'ਚ ਢੋਈ ਨਹੀਂ ਹੋਊਗੀ, ਸੁਇਸਾਈਡ ਰੇਟ ਵੱਧ ਜਾਊਗਾ ਔਰ ਇਸ ਦੁਨੀਆ ਤੋਂ ਵੀ ਆਜ਼ਾਦੀ ਮਿਲ ਜੂਗੀ ਬਹੁਤ ਸਾਰੇ ਲੋਕਾਂ ਨੂੰ। ਉਹ ਇਸ ਸਦਾ ਲਈ ਸਾਡੇ ਤੋਂ ਦੂਰ ਚਲੇ ਜਾਣਗੇ। ਇਸ ਪਾਸੇ ਨੂੰ ਕਿੰਨੇ ਧੜੱਲੇ ਨਾਲ ਗੜਕੜੀ ਕਿੰਡੇ ਗੜਕ ਕੇ ਕੱਲ ਬੋਲੇ ਔਰ ਉਸ ਗੜਕ ਦਾ ਸਾਰੀ ਜਗ੍ਹਾ ਇਹ ਰਿਐਕਸ਼ਨ ਹੋਇਆ ਜਿਹੜਾ ਤੁਸੀਂ ਦੱਸ ਰਹੇ ਆ। ਇੱਕ ਤੇ ਕਾਂਗਰਸ ਨੇ ਤੇ ਰਾਜਨੀਤਿਕ ਲੋਕਾਂ ਨੇ ਤੇ ਰਾਜਨੀਤਿਕ ਲਾਹਾ ਲੈਣ ਦੀ ਗੱਲ ਕਰਨੀ ਆ। ਉਹਨਾਂ ਨੇ ਆਪਣਾ ਤਰੀਕਾ ਸ਼ੁਰੂ ਕਰਤਾ। ਜਿਹੜੇ ਕਾਂਗਰਸ ਦੇ ਪ੍ਰਧਾਨ ਆ ਸੁਨੀਲ ਜਾਖੜ ਨੇ ਫੋਟੋ ਲਵਾ ਕੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਬਿਆਨ ਦਿੱਤਾ, ਲਓ ਜੀ ਹੁਣ ਬਿੱਲੀ ਜਾਂ ਬਿੱਲਾ ਹੁਣ ਥੈਲੇ ਤੋਂ ਬਾਹਰ ਆ ਗਏ ਸਾਰੇ ਇਕੱਠੇ ਹੋ ਕੇ। ਤੇ ਪਤਾ ਲੱਗ ਗਿਆ ਕਿ ਅਸਲੀ ਜਿਹੜੀ BJP ਕਰਨਾ ਕੀ ਚਾਹੁੰਦੀ ਸੀ। ਵੈਸੇ ਅਸੀਂ ਤੇ ਇਸ ਗੱਲ ਦਾ ਬਹੁਤ 2014 ਤੋਂ ਹੀ ਮੈਂ ਪ੍ਰੈਸ ਦੇ ਵਿੱਚ ਸਟੇਟਮੈਂਟਾਂ ਦੇ ਕੇ, ਉਦੋਂ ਮੈਂ ਆਮ ਆਦਮੀ ਪਾਰਟੀ 'ਚ ਸੀਗਾ, ਰੌਲਾ ਪਾ ਰਿਹਾ ਕਿ ਇਹਨਾਂ ਤੋਂ ਬਚੋ। ਇਹ ਜੋ ਕੱਛ 'ਚ ਛੁਰੀ ਮੂੰਹੋਂ ਰਾਮ ਇਹ ਉਹ ਪਾਰਟੀ ਆ ਜਿਹੜੀ ਅੰਦਰ ਛੁਰੀ ਰੱਖਦੀ ਹੈ ਔਰ ਮੂੰਹੋਂ ਰਾਮ ਕਰਨਗੇ। ਔਰ ਇਸ ਕਰਕੇ ਅੰਦਰੂਨੀ ਜਿਹੜੀ ਇਹਨਾਂ ਦੀ ਅਸਲੀ ਨਿਸ਼ਚਾ ਕੀ ਆ ਉਹ ਜੇ ਨਹੀਂ ਜਾਣੋਗੇ ਤੇ ਬਾਹਰਲੇ ਬਿਆਨਾਂ ਦੇ ਉੱਤੇ ਬਥੇਰੇ ਭਗਤ ਪੈਦਾ ਹੋਏ ਆ। ਮਤਲਬ 24 ਘੰਟੇ ਉਹਨਾਂ ਨੂੰ ਤੇ ਰੋਟੀ ਨਹੀਂ ਹਜਮ ਹੁੰਦੀ ਜੇ 5 ਵਾਰੀ ਮੋਦੀ ਦਾ ਨਾਂ ਲੈਣ। ਇਹੋ ਜਿਹੇ ਬੰਦੇ ਹੈਗੇ ਆ। ਕੋਈ ਮਾੜੀ ਗੱਲ ਨਹੀਂ ਹੈ ਪਾਪੂਲਰ ਹੋਣਾ, ਆਈਕਨ ਹੋਣਾ। ਦੇਸ਼ ਦੇ ਵਿੱਚ ਚੰਗੇ ਲੀਡਰਾਂ ਦੀ ਲੋੜ ਹੈ, ਪਰ ਦੇਸ਼ ਨੂੰ ਕਿਸੇ ਪਾਸੇ ਵੀ ਪਹੁੰਚਾਉਣ ਉਹ ਸਾਨੂੰ ਕੁਝ ਰਸਤਾ ਦਿਖ ਨਹੀਂ ਰਿਹਾ। ਇਸ ਲਈ ਅਸੀਂ ਕੱਲ੍ਹ ਵੀ ਮੰਗ ਕੀਤੀ ਸੀ, ਅੱਜ ਵੀ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਇਹ ਇਕੱਲਾ ਸਰਵ ਪਾਰਟੀ ਮੀਟਿੰਗਾਂ ਸੱਦਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਪੋਲੀਟੀਕਲ ਤੁਸੀਂ ਬਰਾਉਨੀ ਪੁਆਇੰਟ ਆਪਣੇ ਗੇਨ ਕਰ ਲਓਗੇ। ਦੇਖੋ ਜੀ ਅਸੀਂ ਤੇ ਬੁਲਾਇਆ ਸੀ, ਅਸੀਂ ਤੇ ਇਕੱਠੇ ਹੋ ਕੇ ਮਿਲ ਵੀ ਆਏ। ਜੇ ਤੁਸੀਂ ਸੰਜੀਦਾ ਹੈਗੇ ਆ, ਪੰਜਾਬ ਗੌਰਮੈਂਟ ਸੰਜੀਦਾ ਹੈਗੀ ਆ, ਸੁਨੀਲ ਜਾਖੜ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹ ਸਾਰੀ ਬਿਆਨਬਾਜ਼ੀ ਤੱਕ ਸੀਮਤ ਨਹੀਂ ਹੈ, ਉਹ ਪਹਿਲੀ ਗੱਲ ਇਹ ਕਰਨ ਕਿ ਸਾਰੀਆਂ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਕਰਨ, ਖੇਤੀ ਮਜ਼ਦੂਰਾਂ ਦੇ ਨਾਲ ਮੀਟਿੰਗ ਕਰਨ। ਇਹ ਇੱਕ ਲੋਕਤੰਤਰਿਕ ਤਰੀਕਾ ਹੁੰਦਾ ਆ। ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਸਾਰੇ ਵਿਚਾਰ ਲੈਣ ਔਰ ਉਸ ਵਿਚਾਰ ਦੇ ਬੇਸ ਤੇ ਆਪਣੀ ਤਿਆਰੀ ਕਰਕੇ ਵਿਧਾਨ ਸਭਾ ਦਾ ਸੈਸ਼ਨ ਸੱਦਣ। ਇੱਥੇ ਤਿੰਨਾਂ ਇਹ ਜਿਹੜੇ ਹੁਣੇ ਆਰਡੀਨੈਂਸ ਆਏ ਆ ਉਹਨਾਂ ਬਾਰੇ ਚਰਚਾ ਕਰਨ ਤੋਂ ਬਾਅਦ ਯੂਨੈਨਿਮਸ ਰਿਜੈਕਸ਼ਨ ਹੋਵੇ। ਇਸ ਤਰ੍ਹਾਂ ਹੀ ਜਿਹੜਾ ਬਿਜਲੀ ਦਾ ਬਿੱਲ ਪਿੱਛੇ ਜੇ ਲਿਆ ਕੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਉੱਥੇ ਵੀ ਪ੍ਰਾਈਵੇਟਾਈਜੇਸ਼ਨ ਕਰ ਦੇਣੀ ਆ ਬਿਜਲੀ ਦੇ ਪੈਦਾਵਾਰ ਦਾ ਜਾਂ ਵਿਤਰਨ ਦਾ ਸਾਰਾ ਕੁਝ, ਤੇ ਉਸ ਦਾ ਵੀ ਰਿਜੈਕਸ਼ਨ ਹੋਣੀ ਜ਼ਰੂਰੀ ਹੈਗੀ।
ਇਸੇ ਤਰੀਕੇ ਨਾਲ ਹੀ ਲੱਗਦੇ ਹੱਥ ਜਦੋਂ ਬਾਕੀ ਸਾਰੇ ਕੰਮ ਕਰਨੇ ਆ, ਇੱਕ ਕੰਮ ਪੰਜਾਬ ਦੇ ਵਿੱਚ ਬੜਾ ਪੈਂਡਿੰਗ ਆ, ਉਹ ਵੀ ਬਿਜਲੀ ਨਾਲ ਸੰਬੰਧਿਤ ਆ। ਜਿਹੜੇ ਅਕਾਲੀ ਦਲ ਪਿੱਛੇ ਬਹੁਤ ਹੀ ਕਸਾਰੇ ਵਾਲੇ ਸਮਝੌਤੇ ਕਰ ਗਏ ਸੀ, ਜਿਹਦੇ 'ਚ ਹਜ਼ਾਰਾਂ ਕਰੋੜ ਸਾਨੂੰ ਚੂਨਾ 3 ਥਰਮਲ ਪਲਾਂਟਾਂ ਨੂੰ, ਪ੍ਰਾਈਵੇਟ ਜਿਹੜੇ ਬਿਜਲੀ ਪੈਦਾ ਕਰ ਰਹੇ ਆ ਥਰਮਲ ਪਲਾਂਟ, ਉਹਨਾਂ ਤੋਂ ਲੱਗ ਚੁੱਕਾ ਆ। ਉਸ ਸਮਝੌਤਿਆਂ ਨੂੰ ਰੱਦ ਕਿਵੇਂ ਕਰਨਾ, ਉਹ ਵੀ ਇਸੇ 'ਚ ਹੀ ਰੱਖ ਲੈਣ। ਇਹਦੇ ਕਰਕੇ ਕੁਛ ਤੇ ਰਾਹਤ ਮਿਲੂਗੀ। ਇਹ ਤੁਸੀਂ ਜਿਹੜਾ ਮੁੱਦਾ ਰੇਜ਼ ਕੀਤਾ ਆ, ਉਹ ਬਹੁਤ ਇੰਪੋਰਟੈਂਟ ਹੈਗਾ। ਆਉਣ ਵਾਲੇ ਸਮੇਂ 'ਚ ਇਹ ਵੱਡਾ ਯੁੱਧ ਦਾ ਅਖਾੜਾ ਪੰਜਾਬ ਦੇ ਵਿੱਚ ਬਣਨ ਜਾ ਰਿਹਾ। ਅੱਜ 3 ਯੂਨੀਅਨਾਂ ਨੇ ਤੇ ਆਲਰੇਡੀ ਪੁਤਲੇ ਫੂਕਣੇ ਸ਼ੁਰੂ ਕਰ ਦਿੱਤੇ ਆ। ਉਹਦੇ 'ਚ ਡਾਕਟਰ ਦਰਸ਼ਨ ਸਿੰਘ ਉਹਨਾਂ ਨੇ ਵਿਰੋਧਤਾ ਕੀਤੀ ਆ, ਉਹਨਾਂ ਨੇ ਮੁਜ਼ਾਹਰੇ ਕੀਤੇ ਆ। ਇਸ ਤਰ੍ਹਾਂ ਜਿਹੜੀ BKU ਡਕਾਉਂਦਾ ਹੈਗੀ ਆ, ਉਹਨਾਂ ਨੇ ਵੀ ਕੀਤੇ ਆ। ਇਸੇ ਤਰੀਕੇ ਨਾਲ ਜਿਹੜੀ ਕਿਰਤੀ ਕਿਸਾਨ ਯੂਨੀਅਨ ਆ ਸਤਨਾਮ ਸਿੰਘ ਪੰਨੂ ਵਾਲੇ, ਉਹਨਾਂ ਨੇ ਪੁਤਲੇ ਫੂਕੇ। ਉਹ ਆਲਰੇਡੀ 2-3 ਦਿਨਾਂ ਤੋਂ ਇਹ ਕੰਮ ਕਰ ਰਹੇ ਸੀ, ਉਹਨਾਂ ਨੇ ਕੀਤਾ। ਤੇ ਰਾਜੇਵਾਲ ਸਾਹਿਬ ਨੇ ਵੀ, BKU ਨੇ ਬਿਆਨ ਦਿੱਤਾ ਕਿ ਲਓ ਜੀ, ਗਡਕਰੀ ਨੇ ਜਿਹੜੀ ਉਹਦਾ ਧੰਨਵਾਦ, ਮੈਂ ਤੇ ਆਪਣੀ ਵੱਲੋਂ ਤੋਂ ਉਹਦਾ ਧੰਨਵਾਦ ਕਰੂੰਗਾ ਕਿ ਜਿਹਨੇ ਸੱਚ ਬੋਲਿਆ, ਕਿਉਂਕਿ ਜੇ ਲੁਕ ਛਿਪ ਕੇ ਲੋਕਾਂ ਨੂੰ ਸਮਝ ਨਹੀਂ ਸੀ ਪੈਣੀ, ਉਹਨੇ ਠਾਹ ਸੋਟਾ ਮਾਰ ਕੇ ਕਹਿਤਾ ਕਿ ਹੋਸ਼ 'ਚ ਆ ਜਾਓ, ਬੇਹੋਸ਼ ਨਾ ਰਹੋ, ਹੋਣ ਵਾਲਾ ਆ ਜੇ, ਆ ਅਸੀਂ ਕਰਨਾ। ਚੰਗੀ ਗੱਲ ਕੀਤੀ ਆ, ਸਾਫ਼ ਕਹਿਤਾ ਹੈ ਕਿ ਅਸੀਂ ਤੁਹਾਡੇ ਜਿਹੜੇ ਹੁਣ ਖਰੀਦੋ, ਜਿਹੜੇ ਅਨਾਜ ਆ ਉਹ ਅਸੀਂ ਖਰੀਦਣਾ ਬੰਦ ਕਰਨਾ, ਪ੍ਰਾਈਵੇਟ ਮੰਡੀਆਂ ਆਉਣਗੀਆਂ, ਹੋਲਡਿੰਗ ਜਿਹਨੂੰ ਕਹਿੰਦੇ ਆ, ਜਿਹੜੇ ਜ਼ਖੀਰੇਬਾਜ਼ ਆ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਆ। ਔਰ ਦੇਸ਼ਾਂ 'ਚ ਵੀ ਤੇ ਵਿਦੇਸ਼ਾਂ 'ਚ ਉਹ ਖੁੱਲੀਆਂ ਮੌਜਾਂ ਕਰਨਗੇ ਜਾ ਕੇ। ਜਾਣੀ ਤੁਹਾਨੂੰ ਮਾਰਕੀਟ ਦਾ ਜਿਹੜਾ ਮੰਡੀ ਦਾ, ਪ੍ਰਾਈਵੇਟ ਮੰਡੀ ਦੇ ਬਘਿਆੜ ਦੇ ਮੂੰਹ 'ਚ ਕਿਸਾਨਾਂ ਨੂੰ ਸੁੱਟ ਦੇਣ ਲੱਗਿਆ। ਔਰ ਜਿਹੜਾ ਮੰਡੀ ਬੋਰਡ ਆ, ਜਿਹਦੇ ਰਾਹੀਂ ਇਹਨਾਂ ਦੀ ਮਾੜਾ ਮੋਟਾ ਪ੍ਰੋਟੈਕਸ਼ਨ ਮਿਲੀ ਸੀ, ਉਸ ਨੂੰ ਅਤੀ ਕਮਜ਼ੋਰ ਕਰਤਾ ਜਾਊਗਾ। ਮੰਡੀਆਂ, ਸੜਕਾਂ ਸਭ ਟੁੱਟਣ ਭੱਜਣ ਲੱਗ ਜਾਣਗੀਆਂ, ਕਿਉਂਕਿ ਉੱਥੇ ਉਹ ਹੁਣ ਮੰਡੀ ਬੋਰਡ ਕੋਲ ਪੈਸਾ ਨਹੀਂ ਆਊਗਾ। ਇਹ ਹਾਲਾਤ ਦੇਸ਼ ਦੇ ਅੰਦਰ ਬਣਦੀ ਜਾ ਰਹੀ ਹੈ। ਇਸੇ ਚਿੰਤਾ ਪ੍ਰਗਟ ਕਰਦਿਆਂ ਇੱਕ ਰਣਜੀਤ ਸਿੰਘ ਘੁੰਮਣ ਉਹਨਾਂ ਨੇ ਬੜੀ ਜ਼ਰੂਰੀ ਗੱਲ ਆ ਕਿ ਇੱਕ ਸਟੱਡੀ ਕੀਤੀ ਸੀਗੀ 1975 ਤੋਂ ਲੈ ਕੇ ਸ਼ਾਇਦ 1971 ਤੋਂ ਲੈ ਕੇ 2007 ਤੱਕ ਦੀ ਸਟੱਡੀ ਕਰਕੇ ਉਹਨਾਂ ਨੇ ਅੰਕੜੇ ਕੱਢੇ ਸੀ ਮਨਦੀਪ, ਕਿ ਪੰਜਾਬ ਦੇ ਕਿਸਾਨਾਂ ਨੂੰ 60,000 ਕਰੋੜ ਦਾ ਕਸਾਰਾ ਸੈਂਟਰ ਦਾ ਮਾੜਾ ਪ੍ਰਾਈਸ ਸਿਸਟਮ ਜਿਹੜਾ ਹੁਣ ਤੱਕ ਲਾ ਚੁੱਕਾ ਆ। ਮਤਲਬ ਜਿਹੜਾ ਕਿ ਜਿਹੜੀ ਇੱਕ ਥੋਕ ਦੇ ਭਾਅ ਨਾਲ ਨਿਊਟਰਲਾਈਜ਼ ਕਰਕੇ ਤੁਹਾਡੇ ਜਿਣਸਾਂ ਦੀ ਕੀਮਤ ਤੈਅ ਕਰਨੀ ਹੁੰਦੀ ਆ, ਉਹਦੇ ਮੁਤਾਬਕ ਹੁਣ ਤੇ ਉਹਨਾਂ ਨੇ ਬੰਦ ਹੀ ਕਰਤਾ 2007 ਤੋਂ ਬਾਅਦ। ਇਸ ਕਰਕੇ ਉਦੋਂ ਤੱਕ ਵੀ ਪੰਜਾਬ ਦੇ ਕਿਸਾਨਾਂ ਦੀ ਸੈਂਟਰ ਜਿਹੜੇ ਘੱਟ ਕੀਮਤਾਂ ਰੱਖ ਕੇ ਕਿਸਾਨਾਂ ਦੀਆਂ ਜਿਣਸਾਂ ਦੀਆਂ 60,000 ਕਰੋੜ ਦਾ ਰੁਪਈਏ ਦਾ ਕਸਾਰਾ ਸਾਨੂੰ ਸੈਂਟਰ ਲਾ ਚੁੱਕਾ। ਇਸ ਕਰਕੇ ਇਹ ਜਿਹੜੀਆਂ ਸਾਇੰਟਿਸਟਾਂ ਦੀਆਂ ਆਵਾਜ਼ਾਂ, ਜਿਹੜੀਆਂ ਕਿਸਾਨ ਯੂਨੀਅਨਾਂ ਦੀਆਂ, ਮਜ਼ਦੂਰਾਂ ਦੀਆਂ ਆਵਾਜ਼ਾਂ ਤੇ ਰਾਜਨੀਤਿਕ ਆਵਾਜ਼ਾਂ ਤੇ ਸੁਰਾਂ ਆ ਹੀ ਰਹੀਆਂ ਆ, ਜਿਹੜੀਆਂ ਆ ਰਹੀਆਂ, ਇਹ ਕੁੱਲ ਮਿਲਾ ਕੇ ਆਉਣ ਵਾਲਾ ਵੱਡਾ ਯੁੱਧ ਇਸ ਗੱਲ ਦੇ ਉੱਤੇ ਛਿੜਨ ਵਾਲਾ ਮਨਦੀਪ। ਜੀ ਪ੍ਰੋਫੈਸਰ ਸਾਹਿਬ, ਅਗਲੀ ਜੇ ਅਸੀਂ ਖਬਰ ਲੈ ਲਈਏ ਤਾਂ ਉਹ ਵੀ ਇਸੇ ਤਰ੍ਹਾਂ ਨਹੀਂ ਹੈ ਕਿ ਲੋਕਾਂ ਦੇ ਸ਼ੋਸ਼ਣ ਦੀ ਗੱਲ ਹੋ ਰਹੀ ਹੈ। ਤਾਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੀ ਵੀ ਅਸੀਂ ਜੇ ਗੱਲ ਕਰ ਲਈਏ ਤਾਂ ਲਗਾਤਾਰ ਵਧ ਰਹੀਆਂ ਨੇ ਜੀ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 74 ਰੁਪਏ 57 ਪੈਸੇ ਹੋ ਗਈ ਹੈ, ਡੀਜ਼ਲ ਦੀ ਕੀਮਤ 72 ਰੁਪਏ 87 ਪੈਸੇ ਹੋ ਗਈ ਹੈ। ਇਹ ਲਗਾਤਾਰ ਵਧਣ ਦਾ ਕਾਰਨ ਕੀ ਹੈ ਜੀ? ਲਗਾਤਾਰ ਵਧਣ ਦਾ ਕਾਰਨ ਭੁੱਖਮਰੀ ਤੇ ਬੇਸ਼ਰਮੀ, ਇਹ ਦੋ ਕਾਰਨ ਹੈਗੇ ਆ। ਜਦੋਂ ਸਾਰੀ ਦੁਨੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਜੇਬਾਂ 'ਚ ਪੈਸਾ ਪਾ ਰਹੀਆਂ ਆ ਤਾਂ ਕਿ ਜਿਹੜੀ ਅਰਥ ਵਿਵਸਥਾ ਮਾੜੀ ਮੋਟੀ ਗਰਮੈਸ਼ ਰਹੇ, ਚੱਲਦੀ ਰਹੇ, ਲੋਕ ਪੈਸੇ ਨਾਲ ਮਾਰਕੀਟ 'ਚ ਆਉਣਗੇ ਤੇ ਇੰਡਸਟਰੀ ਜਾਂ ਹੋਰ ਕਾਰੋਬਾਰੀ ਉਹ ਚੱਲਦੇ ਰਹਿਣਗੇ। ਉਹ ਬੈਠੇ ਮੱਖੀਆਂ ਮਾਰਦੇ ਆ, ਕੋਈ ਦੁਕਾਨਾਂ ਤੇ ਜਾ ਨਹੀਂ ਰਿਹਾ, ਫਲਾਨਾ ਖੋਲਤਾ, ਫਲਾਨਾ ਬੰਦ ਕਰਤਾ, ਰੋਜ਼ ਆਰਡਰ ਕਰੀ ਜਾਂਦੇ। ਇਹ ਜਿਹੜਾ ਤੇਲ ਦੀ ਕੀਮਤ ਵਧਾਉਣ ਦਾ ਮਤਲਬ ਇੰਝ ਹੈ ਜਿਵੇਂ ਕਿਸੇ ਇਕਨੋਮੀ ਦੀ ਆਕਸੀਜਨ ਨੂੰ ਬੰਦ ਕਰ ਦੇਣਾ। ਇਹ ਉਸ ਆਕਸੀਜਨ ਨੂੰ ਮਤਲਬ ਬੰਦ ਕਰ ਰਿਹਾ, ਜਿਹਦੇ ਨਾਲ ਜਨਰਲ ਪ੍ਰਾਈਸ ਇੰਡੈਕਸ ਵਧੂਗਾ। ਕਿਉਂਕਿ ਜਦੋਂ ਟਰਾਂਸਪੋਰਟ ਦੇ ਚਾਰਜ ਵਧਣਗੇ, ਹਰ ਚੀਜ਼ ਦਾ ਹੀ ਚਾਰਜ ਵਧੂਗਾ। ਜਦੋਂ ਹਰ ਚੀਜ਼ ਦਾ ਟਰਾਂਸਪੋਰਟ ਦਾ ਚਾਰਜ ਵਧੇ ਤੇ ਹਰ ਚੀਜ਼ ਦਾ ਚਾਰਜ ਵਧੂਗਾ, ਉਹਦੀਆਂ ਕੀਮਤਾਂ ਉੱਪਰ ਸਮਾਨ ਨੂੰ ਛੂਹਣਗੀਆਂ। ਇਹਦਾ ਮਤਲਬ ਜਿਹੜੀ ਜੇਬ 'ਚ ਸਾਡੇ ਪੈਸੇ ਆ ਮਨਦੀਪ, ਤੁਹਾਨੂੰ ਤਨਖਾਹ ਮਿਲਦੀ ਆ ਜਾਂ ਹੋਰ ਸਾਰਿਆਂ ਦੇ ਆ, ਉਹ ਠੀਕਰੀਆਂ ਬਣ ਜਾਣਗੇ, ਹੌਲੀ ਹੌਲੀ ਕਾਗਜ਼ ਹੀ ਰਹਿ ਜਾਣਗੇ। ਜਦੋਂ ਬਾਜ਼ਾਰ 'ਚ ਜਾਓਗੇ ਕੁਝ ਲੈਣ, ਉਹ ਜਿਹੜੀ 700 ਰੁਪਏ ਦੀ ਆ ਉਹ 1700 ਰੁਪਏ ਦੀ ਹੋਈ ਹੋਊਗੀ, ਕਿਉਂਕਿ ਮਹਿੰਗਾਈ ਇੰਨੀ ਹੋ ਜਾਣੀ ਆ। ਹੁਣ ਨੋਟ ਛਾਪਣੇ ਸ਼ੁਰੂ ਕਰਨੇ ਰਿਜ਼ਰਵ ਬੈਂਕ ਨੇ, ਕਿਉਂਕਿ ਹੈ ਨਹੀਂ ਗੇ। ਇਸ ਕਰਕੇ ਜਦੋਂ ਨੋਟ ਛਾਪਣ ਕੇ ਹੋਰ ਮਾਰਕੀਟ 'ਚ ਸੁੱਟ ਦਿੱਤੇ, ਤੁਹਾਡੇ ਜਿਹੜੇ ਪੈਸਿਆਂ ਦੀ ਕੀਮਤ ਹੋਰ ਵੀ ਘਟ ਜਾਊਗੀ। ਇਹ ਬੁਰਾ ਹਾਲ ਹੈਗਾ ਔਰ ਇਸ ਨੂੰ ਬੁਰੇ ਤੋਂ ਹੋਰ ਵੀ ਵੱਧ ਤੋਂ ਬੱਤਰ ਹਾਲਤ ਕਰਨ ਲਈ ਇਸ ਪਾਸੇ ਨੂੰ ਸਰਕਾਰ ਪੁੱਠੇ ਪਾਸੇ, ਮੈਂ ਜਿਹੜੇ ਸ਼ੁਰੂ 'ਚ ਕੀ ਕਿਹਾ ਸੀ, ਛਿਵਿਆਂ ਦੇ ਰਾਹ ਚੱਲ ਪਈ ਆ। ਇਹ ਜਾਣੀ ਇਹ ਆਪਣੇ ਹੀ ਸੁਸਾਈਡਲ ਰਸਤੇ ਚੱਲ ਪਈ ਆ। ਪਤਾ ਨਹੀਂ ਕਿਹੜਾ ਇਹਨਾਂ ਨੂੰ ਐਡਵਾਈਸ ਦੇ ਰਿਹਾ। ਅੱਜ ਦੀ ਡੇਟ ਦੇ ਵਿੱਚ ਗਲਫ ਦੇ ਵਿੱਚ ਜਦੋਂ ਤੇਲ ਰੁਲਦਾ ਫਿਰਦਾ, ਇੱਕ ਸਟੇਜ ਤੇ ਇੱਕ ਦਿਨ 'ਚ ਇਹੋ ਜਿਹੀ ਆ ਗਈ ਸੀ, ਉਹ ਕਹਿੰਦੇ ਸੀ ਨਾਲੇ ਪੈਸੇ ਲੈ ਲਓ ਨਾਲੇ ਸਾਡਾ ਤੇਲ ਚੁੱਕ ਲਓ, ਸਾਡੇ ਕੋਲ ਜਮ੍ਹਾਂ ਕਰਨ ਲਈ ਪੈਸੇ ਹੈ ਨਹੀਂਗੇ।
ਇਸ ਕਰਕੇ ਇੰਨਾ ਮੁਫਤ ਵਾਂਗੂ ਤੇਲ ਹੋ ਗਿਆ ਹੋਵੇ ਤੇ ਇਹ ਉਹਨਾਂ ਹਾਲਾਤਾਂ ਦੇ ਵਿੱਚ ਦੇਸ਼ ਦੇ ਅੰਦਰ ਐਡੀ ਵੱਡੀ ਪੱਧਰ ਤੇ ਆ ਪਿਛਲੇ 6 ਦਿਨਾਂ ਤੋਂ ਲਗਾਤਾਰ, ਕਿਸੇ ਦਿਨ 70 ਪੈਸੇ, ਕਿਸੇ ਦਿਨ 50 ਪੈਸੇ, ਕਿਸੇ ਦਿਨ 60 ਪੈਸੇ, 6 ਦਿਨ ਤੋਂ ਲਗਾਤਾਰ ਪਰ ਲੀਟਰ ਪ੍ਰਾਈਸ ਜਿਹੜੀ ਵਧਦੀ ਜਾ ਰਹੀ ਆ। ਇਹਦਾ ਮਤਲਬ ਆ ਕਿ ਮਿਡਲ ਕਲਾਸ ਦਾ ਵੀ ਤੇ ਹੋਰਨਾਂ ਸਾਰਿਆਂ ਦਾ ਇੱਕ ਚੰਗਾ ਕਾਫੀਆ ਤੰਗ ਕਰਨਗੇ। ਮੈਨੂੰ ਤੇ ਕਰੋਨਾ ਤੋਂ ਉਨਾ ਨਹੀਂ ਡਰ ਲੱਗ ਰਿਹਾ ਜਿੰਨਾ ਸਰਕਾਰ ਆਰਥਿਕ ਮੰਦਵਾੜੇ ਦੇ ਮੂੰਹ 'ਚ ਸਾਡੇ ਦੇਸ਼ ਨੂੰ ਧੱਕਦੀ ਜਾ ਰਹੀ ਹੈ। ਜੋ ਉਹਦੇ ਨਾਲ ਬਣੂਗਾ, ਹਾਲਾਤ ਬਣਨ ਵਾਲੇ ਆ, ਉਹਦੇ ਨਾਲ ਨਜਿੱਠਣਾ ਹੋਰ ਵੀ ਔਖਾ ਹੋ ਜਾਊਗਾ। ਮੰਦੀ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਜੋ ਪੰਜਾਬ ਵਿੱਚ ਲੋਕਡਾਊਨ ਦੀ ਸਥਿਤੀ ਹੈ ਉਹਦੇ ਤੇ ਗੱਲ ਕਰ ਲਈਏ ਤਾਂ ਜੋ ਵੀਕਐਂਡ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਕਿ ਬਹੁਤ ਸਖਤੀ ਕੀਤੀ ਜਾਵੇਗੀ, ਕੇਵਲ ਈ ਪਾਸ ਵਾਲਿਆਂ ਨੂੰ ਹੀ ਜਿਹੜਾ ਹੈ ਉਹ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾਵੇਗੀ। ਤੁਸੀਂ ਇਸ ਤੇ ਕੀ ਕਹੋਗੇ? ਦੇਖੋ, ਇਹ ਕੁਛ ਤੇ ਪੋਲਿਟਿਕਸ ਹੈਗੀ ਆ ਕਿ ਮੈਂ ਦੇਖੋ ਕੁਛ ਕਰ ਰਿਹਾ, ਮੈਂ ਸੁੱਤਾ ਨਹੀਂ ਹੈ, ਮੈਂ ਭਾਵੇਂ ਕੋਠੀ 'ਚ ਬੈਠਾ ਆ ਪਰ ਉੱਥੋਂ ਵੀ ਵੀਡੀਓ ਕਾਨਫਰੰਸਿੰਗ ਕਰਕੇ ਕੋਈ ਨਾ ਕੁਛ ਤੇ ਕਰ ਰਿਹਾ, ਰੋਜ਼ ਕੋਈ ਬਿਆਨ ਵੀ ਦੇ ਰਿਹਾ। ਚਲੋ ਇਹ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈਗੀ। ਇਹ ਕਰਨਾ ਵੀ ਪੈਣਾ, ਹੱਥ ਪੈਰ ਇਹਨਾਂ ਨੂੰ ਮਾਰਨਾ ਵੀ ਪੈਣਾ, ਉਹਦੇ 'ਚ ਰਾਜਨੀਤੀ ਵੀ ਹੈਗੀ ਆ ਤੇ ਅਸਲੀਅਤ ਸਾਇੰਟੀਫਿਕ ਇਸ ਅਪਰੋਚ ਦੀ ਵੈਲਿਊ ਵੀ ਹੈਗੀ। ਪਰ ਕੀਤਾ ਇਹਨਾਂ ਨੇ ਹੁਣ ਕੀ ਹੈ, ਇੰਨਾ ਕੁ ਜ਼ਰੂਰ ਮੈਂ ਸਾਡੇ ਜਿਹੜੇ ਸਰੋਤੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸੈਚਰਡੇ ਸੰਡੇ ਨੂੰ ਬੰਦ ਰੱਖਿਆ ਕਰਨਗੇ। ਇਹਦਾ ਮਤਲਬ ਇਹ ਨਹੀਂ ਕਿ ਪੂਰਨ ਬੰਦ ਹੋ। ਜਿਹੜੇ ਇੰਟਰ ਡਿਸਟ੍ਰਿਕਟ ਮੂਵਮੈਂਟ ਜਿਹੜੀ ਹੈ ਉਹ ਸੈਚਰਡੇ ਨੂੰ ਬਿਲਕੁਲ ਨਹੀਂ ਹੋਊਗੀ, ਕਿਉਂਕਿ ਜਦੋਂ 5 ਵਜੇ ਤੱਕ ਦੁਕਾਨਾਂ ਸੈਚਰਡੇ ਨੂੰ ਖੁੱਲੀਆਂ ਰਹਿਣਗੀਆਂ, ਉਸ ਤੇ ਆਪਣੇ ਜ਼ਿਲ੍ਹੇ 'ਚ ਹੀ ਸਮਾਨ ਤੁਸੀਂ ਖਰੀਦ ਸਕਦੇ ਆ। ਬਾਕੀ ਜਿਹੜੀਆਂ 7 ਦਿਨ ਜਿਹੜੀਆਂ ਜ਼ਰੂਰੀ ਵਸਤਾਂ ਵਾਲੀਆਂ ਚੀਜ਼ਾਂ ਉਹ ਤੇ 7 ਦਿਨ ਖੁੱਲਣਗੀਆਂ। ਬਾਕੀ ਜਿਹੜੀਆਂ 5 ਦਿਨ ਖੁੱਲ੍ਹ ਕੇ ਤੇ 6ਵੇਂ ਦਿਨ ਸ਼ਨੀਚਰਵਾਰ ਨੂੰ ਉਹ 5 ਵਜੇ ਤੱਕ ਖੁੱਲਣਗੀਆਂ। ਹਾਲਾਂਕਿ ਵਪਾਰੀ ਇਸ ਗੱਲ ਦਾ ਕਾਫੀ ਵਿਰੋਧ ਕਰ ਰਹੇ ਆ। ਉਹ ਕਹਿੰਦੇ ਕਿ ਵਿਹਲੇ ਲੋਕ ਸੈਚਰਡੇ ਸੰਡੇ ਨੂੰ ਜ਼ਿਆਦਾ ਖਰੀਦ ਕਰਦੇ ਆ, ਤੁਸੀਂ ਹੋਰ ਕਿਸੇ ਦਿਨ ਛੁੱਟੀ ਕਰ ਦਿੰਦੇ। ਇਹ ਗੱਲ ਵਪਾਰੀਆਂ ਦੀ ਸੁਣ ਕੇ ਜੇ ਕੋਈ ਅਦਲਾ ਬਦਲੀ ਹੁੰਦੀ ਹੈ ਤੇ ਕਰ ਲੈਣੀ ਚਾਹੀਦੀ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਭੀੜ ਭੜੱਕੇ ਨੂੰ ਹਟਾਉਣ ਲਈ ਇਹ ਥੋੜ੍ਹੇ ਜਿਹੇ ਕਦਮ ਚੁੱਕੇ ਗਏ ਆ। CTU ਨੇ ਇੱਥੇ ਬੱਸ ਇੰਟਰਸਟੇਟ ਸਰਵਿਸ ਕੱਲ੍ਹ ਸ਼ੁਰੂ ਕੀਤੀ ਸੀ, ਅੱਜ ਬੰਦ ਕਰਤੀ ਹੈ। ਉਹ ਸਾਰੀ ਜਗ੍ਹਾ ਇਹ ਹਫੜਾ ਦਫੜੀ ਜੀ ਪਈ ਹੈ। ਜਦੋਂ ਅਕਲ ਦੇ ਨਾਲ ਇੱਕ ਸਕੀਮ ਦੇ ਤਹਿਤ, ਇੱਕ ਪਲੈਨਿੰਗ ਦੇ ਤਹਿਤ ਨਾ ਚੱਲੋ ਤੇ ਫਿਰ ਕਦੀ ਤੁਸੀਂ ਇਹਨੂੰ ਕਹਿੰਦੇ ਪੰਜਾਬੀ 'ਚ ਅੱਖੀਂ ਪਲਾਈ ਹੱਥ ਮਾਰਨੇ। ਇਹ ਐਡੇ ਵੱਡੇ ਪ੍ਰਕੋਪ ਨੂੰ, ਜਿਹੜੀ ਮਹਾਮਾਰੀ ਨੂੰ ਸਾਂਭਣ ਲਈ ਇਹ ਕਦੀ ਜਿਹੜਾ ਸੁਪਨਾ ਰਾਤ ਨੂੰ ਆਉਂਦਾ, ਰਾਤ ਨੂੰ ਕਿਸੇ ਕੋਈ ਡਰਾਉਣਾ ਸੁਪਨਾ ਆ ਜਾਏ ਤੇ ਕੋਈ ਆਰਡਰ ਹੋਰ ਕੱਢ ਦਿੰਦੇ ਆ, ਸਵੇਰੇ ਕਿਸੇ ਨੂੰ ਹੋਰ ਕਰ ਦਿੰਦੇ ਆ। ਜਾਣੀ ਮਤਲਬ ਕਹਿਣਾ ਨਹੀਂ ਚਾਹੀਦਾ, ਅੰਨੀ ਨੂੰ ਬੋਲਾ ਘਸੀਟੀ ਫਿਰਦਾ, ਬੜੀ ਬੁਰੀ ਹਾਲਤ ਆ। ਤੇ ਇਸ ਲਈ ਚਾਹੀਦਾ ਇਹ ਹੈ ਕਿ ਇਹ ਸਾਇੰਟਿਸਟਾਂ ਦੇ ਨਾਲ ਬੈਠਣ, ਇਹ ਅਰਥ ਵਿਗਿਆਨੀਆਂ ਦੇ ਨਾਲ ਬੈਠਣ, ਇਹ ਸੋਸ਼ੀਓਲੋਜਿਸਟਾਂ ਦੇ ਨਾਲ ਬੈਠਣ, ਕੌਣ ਪੋਲੀਟੀਕਲ ਬੰਦੇ, ਪਾਰਟੀਆਂ, ਔਰ ਮਿਲ ਕੇ ਇੱਕ ਤੈਅਸ਼ੁਦਾ ਜਿਹੜੀ ਹੈ ਰਸਤਾ ਤੈਅ ਕਰਨ ਔਰ ਉਸ ਤੇ ਲਗਾਤਾਰ ਫਾਲੋ ਕਰਨ ਔਰ ਉਸ ਨੂੰ ਅਪਡੇਟ ਕਰਨ। ਇਹ ਨਹੀਂ ਕਿ ਨੀ ਜਰਕ ਰਿਐਕਸ਼ਨ ਅੱਜ ਆ ਕਰ ਲਓ, ਕੱਲ ਨੂੰ ਬੰਦ ਕਰ ਦਿਓ, ਪਰਸੋਂ ਫਿਰ ਖੋਲ ਦਿਓ, ਫਿਰ ਪੂਰਾ ਹੀ ਖੋਲ ਦਿਓ, ਫਿਰ ਅੱਧਾ ਫਿਰ ਵਾਪਸ ਲੈ ਲਓ। ਇਹ ਇਸ ਤਰੀਕੇ ਨਾਲ ਤੁਸੀਂ ਆਪਣੀ ਰਾਜਨੀਤੀ ਤੇ ਚਲੋ ਜਾਰੀ ਰੱਖ ਸਕਦੇ ਆ, ਉਸ ਦੇ ਵਿੱਚ ਕਾਮਯਾਬੀ ਹਾਸਲ ਕਰਨਾ ਦੂਰ ਦੀ ਗੱਲ ਲੱਗਦੀ ਹੈ। ਮੰਦੀ ਨਾਲ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਜਿਵੇਂ ਲੋਕਡਾਊਨ ਦੀ ਗੱਲ ਕੀਤੀ ਬ੍ਰੇਕ ਤੇ ਜਾਣ ਤੋਂ ਪਹਿਲਾਂ, ਪਰ ਇਹ ਜਿਹੜੀ ਸਾਰੀ ਸਥਿਤੀ ਦਾ ਕਾਰਨ ਹੈ ਮੇਨ ਉਹ ਕਰੋਨਾ ਹੈ ਤੇ ਕਰੋਨਾ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਵਿੱਚ, ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਕੇਂਦਰ ਤੇ ਰਾਜ ਸਰਕਾਰ ਨੂੰ ਕਾਫੀ ਝਾੜ ਪਾਈ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਵੀ ਕੋਵਿਡ ਦੇ ਨਾਲ ਜਿਹਦੀ ਡੈਥ ਹੁੰਦੀ ਹੈ ਉਹਨਾਂ ਲਾਸ਼ਾਂ ਦਾ ਸਹੀ ਢੰਗ ਨਾਲ ਜਿਹੜਾ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਨੂੰ ਲੈ ਕੇ 17 ਤਰੀਕ ਤੱਕ ਜਿਹੜਾ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਜੀ ਸੈਂਟਰ ਤੋਂ ਤੇ ਰਾਜ ਸਰਕਾਰਾਂ ਤੋਂ। ਹਾਂ, ਜਿਹੜੀਆਂ ਇਹ ਤੇ ਇੱਕ ਬਹੁਤ ਹੀ ਵੈਲਕਮ ਸਟੈਪ ਹੈਗਾ। ਜੇ ਸਾਡੇ ਇਸ ਤਰ੍ਹਾਂ ਜਾਗਦੀ ਰਹੂਗੀ ਸੁਪਰੀਮ ਕੋਰਟ ਤੇ ਪਹਿਲਾਂ ਦੇ CJI ਰੰਜਨ ਗੋਗੋਈ ਵਾਂਗੂ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਦੇ ਮੂੰਹ ਵੱਲ ਦੇਖ ਕੇ ਫੈਸਲਾ ਨਹੀਂ ਦਊਗੀ, ਤਾਂ ਇਸ ਤਰੀਕੇ ਨਾਲ ਆਪਣੇ ਮਾਈਂਡ ਦੇ ਨਾਲ ਜੋ ਕਾਨੂੰਨ ਬਣਦਾ ਆ, ਜੋ ਦੇਸ਼ ਦੇ ਹਿੱਤ 'ਚ ਬਣਦਾ, ਉਹ ਫੈਸਲੇ ਦਊਗੀ ਤੇ ਦੇਸ਼ ਦੇ ਵਿੱਚ ਇੱਕ ਰਾਜਨੀਤਿਕ ਛਵੀ ਸਾਡੀ ਬਚੀ, ਜਿਹੜੀ ਲੋਕਤੰਤਰ ਦੀ ਛਵੀ ਉਹ ਬਚੀ ਰਹੂਗੀ। ਇਹ ਬੜੇ ਵੈਲਕਮ ਹੈ। ਸਾਨੂੰ ਬੜੀ ਰਾਹਤ ਹੁੰਦੀ ਆ ਜਦੋਂ ਇਹੋ ਜਿਹੇ ਚੰਗੇ ਵੱਡੇ ਫੈਸਲੇ ਸੁਪਰੀਮ ਕੋਰਟ ਦਿੰਦੀ ਹੈ। ਔਰ ਉਹਨਾਂ ਨੇ ਚੰਗਾ ਝਾੜ ਪਾਇਆ। ਉਹਨਾਂ ਨੇ ਮਤਲਬ ਬਹੁਤ ਹੀ ਸ਼ਬਦ, ਜਿਹੜੇ ਸਖਤ ਸ਼ਬਦ ਵਰਤੇ ਆ, ਇਟਸ ਕੈਲਸ, ਇਹ ਪੈਥੇਟਿਕ, ਇਟ ਇਜ਼ ਹਾਰੀਬਲ, ਮਤਲਬ ਇਹੋ ਜਿਹੇ ਸ਼ਬਦ ਕਿ ਇੰਨਾ ਭਿਆਨਕ ਹੈਗਾ, ਇਹ ਬਹੁਤ ਹੀ ਸਿਕਨਿੰਗ ਹੈਗਾ। ਇਹੋ ਜਿਹੇ ਜਿਹੜੇ ਮਤਲਬ ਜਿਹੜੇ ਉਹਨਾਂ ਦੇ ਵਿੱਚ ਜੱਜਮੈਂਟ ਦੇ ਇਹਦੇ ਨਾਲ ਮਿਲਦੇ ਜੁਲਦੇ ਜਿਹੜੇ ਜੱਜਮੈਂਟਾਂ ਕੱਲ ਪਾਸ ਕੀਤੀਆਂ। ਔਰ ਉਹਨਾਂ ਨੇ ਜਿਹੜੀਆਂ 5 ਖਾਸ ਕਰਕੇ ਸੂਬੇ ਆ ਜਿਹਦੇ ਵਿੱਚ ਮਹਾਰਾਸ਼ਟਰ ਹੈ, ਗੁਜਰਾਤ ਹੈ, ਪੱਛਮੀ ਬੰਗਾਲ, ਦਿੱਲੀ
ਤੇ ਇੱਕ ਸੂਬਾ ਹੋ ਰਿਹਾ ਜਿਹੜੇ ਇਹਨਾਂ ਨੇ ਉਹਨਾਂ ਨੂੰ ਕਿਹਾ ਆ ਕਿ ਤੁਸੀਂ ਆਪਣੀ ਜਵਾਬਦੇਹੀ ਦੱਸੋ ਸਾਨੂੰ। ਉਹਨਾਂ ਨੇ ਇਹਨਾਂ ਸਮਿਆਂ ਦੇ 17 ਜੂਨ ਤੱਕ ਉਹਨਾਂ ਨੂੰ ਕਿਹਾ ਕਿ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਨਫਰਾਸਟ੍ਰਕਚਰ ਕਿੰਨਾ ਗਿਆ, ਤੁਹਾਡੇ ਕੋਲ ਬੈੱਡ ਕਿੰਨੇ ਆ, ਜਾਣੀ ਇਹ ਸਾਰਾ ਕੁਝ ਕਿੰਨਾ ਕੁ ਹੈਗਾ, ਔਰ ਡਾਕਟਰ ਜਾਂ ਤਿਆਰੀ ਤੁਹਾਡੀ ਸਾਰੀ ਕੀ ਹੈ, ਕੀ ਸਾਰੀ ਕਾਰਵਾਈ ਉਹਨਾਂ ਕੋਲੋਂ ਮੰਗੀ ਹੈ ਤਾਂ ਕਿ ਉਹ ਆਪਣੀ ਇੰਟਰਵੈਂਸ਼ਨ, ਆਪਣੀਆਂ ਡਾਇਰੈਕਸ਼ਨ ਅੱਗੇ ਦੇ ਸਕਣ। ਕੱਲਾ ਸੁਪਰੀਮ ਕੋਰਟ ਨੇ ਇਸੇ ਗੱਲ ਤੇ ਹੀ ਨਹੀਂ ਲਿਆ ਸੰਗਿਆਨ, ਕਿਉਂਕਿ ਹਾਲਤ ਇਹ ਬਣ ਚੁੱਕੀ ਹੈ ਦਿੱਲੀ ਦੇ ਅੰਦਰ ਕਿ ਕਾਫੀ ਜਾਨੀ ਸੀਰੀਅਸ ਹਾਲਤ ਆ। ਜੇ 100 ਤੁਸੀਂ ਸੈਂਪਲ ਲੈਂਦੇ ਆ ਤੇ ਜੇ 10 ਬੰਦੇ 10% ਵੀ ਪੋਜ਼ਿਟਿਵ ਨਿਕਲ ਆ ਜਾਣ ਤੇ ਇਹਦਾ ਮਤਲਬ ਹੈ ਕਿ ਤੁਸੀਂ ਮੈਂ ਨਾ ਮਾਨੂੰ ਵਾਲੀ ਗੱਲ ਹੈ ਕਿ ਕਮਿਊਨਿਟੀ ਸਪਰੈਡ ਮੰਨਣਾ ਨਹੀਂ। ਤੁਸੀਂ ਸਾਇੰਟਿਸਟ ਕਹਿ ਰਹੇ ਆ, ਗੌਰਮੈਂਟ ਨੂੰ ਵੀ ਇਹ ਮੰਨ ਕੇ ਉਸ ਤੋਂ ਹੀ ਅੱਗੇ ਚੱਲਣਾ ਚਾਹੀਦਾ ਆ, ਕਿਉਂਕਿ ਜਦੋਂ ਤੁਹਾਨੂੰ ਟਰੇਸ ਨਾ ਹੋਵੇ ਕਿ ਕਿਹਨੂੰ ਕਿੱਥੋਂ ਇਨਫੈਕਸ਼ਨ ਹੋ ਰਹੀ ਆ, ਸੰਕਰਮਣ ਕਿੱਥੋਂ ਫੈਲ ਰਿਹਾ ਹੈ, ਤਾਂ ਉਦੋਂ ਉਹਨੂੰ ਕਮਿਊਨਿਟੀ ਸਪਰੈਡ ਕਹਿੰਦੇ ਆ, ਜਿਹੜਾ ਕਿ ਹਾਲਾਤ ਦਿੱਲੀ ਦੇ ਅੰਦਰ ਤੇ ਕਾਫੀ ਭਿਆਨਕ ਤੇ ਨਿਰਾਸ਼ਾਜਨਕ ਹੈਗੇ ਆ। ਉਹਦੇ ਚ ਦੋਹੇ ਹੀ ਸਰਕਾਰਾਂ, ਦਿੱਲੀ ਦੀ ਸਰਕਾਰ ਵੀ ਔਰ ਕੇਜਰੀਵਾਲ ਸਰਕਾਰ, ਇਸ ਗੱਲ ਦੇ ਉੱਤੇ ਜ਼ਿੰਮੇਵਾਰ ਹੈਗੀ ਆ, ਕਿਉਂਕਿ ਸੁਪਰੀਮ ਕੋਰਟ ਦੇ ਜੱਜ ਦਿੱਲੀ 'ਚ ਬੈਠੇ ਆ, ਇਸ ਕਰਕੇ ਉਹਨਾਂ ਦੀ ਵੀ ਚਿੰਤਾ ਉਨੀ ਵੱਧਦੀ ਆ, ਕਿਉਂਕਿ ਇਹ ਕਿਸੇ ਵੀ ਜਮਾਤ ਨੂੰ ਤੇ ਛੱਡਦੇ ਨਹੀਂ ਹੈ, ਇਹ ਤੇ ਮਿਨਿਸਟਰ ਨੂੰ ਜਾਂ ਕਿਸੇ ਨੂੰ ਵੱਡੇ ਜੱਜ ਤੱਕ ਵੀ ਇਹ ਪਹੁੰਚ ਜਾਂਦੀ ਆ ਕਿਸੇ ਤਰੀਕੇ ਨਾਲ, ਤੇ ਇਸ ਲਈ ਉਹਨਾਂ ਦਾ ਜਿਹੜੀ ਇਹ ਚਿੰਤਾ ਪ੍ਰਗਟ ਕਰਨੀ, ਉਹਨਾਂ ਦੇ ਨਿੱਜੀ ਵੀ ਇਸ ਗੱਲ ਦੇ ਹਿੱਤ 'ਚ ਇਸੇ ਜਾਂ ਦੇਸ਼ ਦੇ ਹਿੱਤ ਵੀ ਤੇ ਲੋਕਾਂ ਦੇ ਹਿੱਤ ਵੀ ਇਸੇ ਗੱਲ ਤੇ, ਇਹ ਬੜਾ ਚੰਗਾ ਇਹ ਵੈਲਕਮ ਸਟੈਪ ਹੈਗਾ। ਪਰ ਉਹਨਾਂ ਨੇ ਨਾਲ ਕੁਝ ਹੋਰ ਵੀ ਜਿਹੜੇ ਫੈਸਲੇ ਇਹੋ ਜਿਹੇ ਨਾਲ ਲੱਗਦੇ ਉਹਨਾਂ ਨੇ ਜੱਜਮੈਂਟਸ ਦਿੱਤੀਆਂ ਆ। ਇੱਕ ਤੇ ਜਿਹੜੇ ਸਰਕਾਰ ਨੇ ਇਹ ਕਿਹਾ ਸੀਗਾ ਵੇਜਸ ਜਿਹੜੀਆਂ ਵਰਕਰ ਨੂੰ ਤਨਖਾਹਾਂ ਉਹਨਾਂ ਦੇ ਜਿਹੜੇ 50 ਦਿਨ 55 ਦਿਨ ਜਿਹੜੇ ਲਾਕਡਾਊਨ ਰਹੇ ਆ ਉਹ ਉਹਨਾਂ ਨੂੰ ਤਨਖਾਹਾਂ ਉਹਨਾਂ ਦੇ ਮਾਲਕਾਂ ਨੂੰ ਦੇਣੀਆਂ ਚਾਹੀਦੀਆਂ। ਉਹਦੇ 'ਚ ਦੇਖੋ ਜੱਜਮੈਂਟ ਕੋਈ ਨਾ ਕੋਈ ਆਉਣੀ ਚਾਹੀਦੀ ਸੀ, ਉਹ ਜੱਜਮੈਂਟ ਨਹੀਂ ਦਿੱਤੀ, ਉਹ ਗੋਲ ਕਰ ਦਿੱਤੀ। ਤੁਸੀਂ ਜੀ ਆਪੇ ਫੈਸਲਾ ਬਾਹਰ ਜਾ ਕੇ ਕਰ ਲਓ, ਮਤਲਬ ਜੇ ਟ੍ਰੇਡ ਯੂਨੀਅਨ ਤਕੜੀ ਆ ਤੇ ਉਹ ਲੈ ਲੂਗੀ, ਨਹੀਂ ਤਾਂ ਮਾਲਕ ਤੇ ਤਕੜੇ ਹੈਗੇ ਆ ਤੇ ਉਹ ਸਰਕਾਰਾਂ ਨਾਲ ਮਿਲ ਕੇ ਪੈਸੇ ਦੱਬ ਜਾਣਗੇ। ਇਹੋ ਜਿਹਾ ਮਤਲਬ ਉਹਦਾ ਅਰਥ ਨਿਕਲਿਆ। ਤੁਸੀਂ ਆਪਸ ਵਿੱਚ ਨੈਗੋਸ਼ੀਏਟ ਕਰੋ, ਸਰਕਾਰਾਂ ਉਹਨਾਂ ਦੀ ਮਦਦ ਕਰਨ। ਮਤਲਬ ਜਿਵੇਂ ਸਿਆਣਿਆ ਬੰਦਾ ਹੁੰਦਾ, ਕੋਈ ਕਹਿੰਦਾ ਉਹ ਤੁਸੀਂ ਸਿਆਣੇ ਹੀ ਆ ਯਾਰ, ਘਰੇ ਬੈਠ ਕੇ ਫੈਸਲਾ ਕਰ ਲਓ, ਉਹੋ ਜੀ ਗੱਲ ਕਰਤੀ। ਉਹ ਕੋਈ ਫੈਸਲਾ ਨਹੀਂ ਹੈ, ਟਾਲਣ ਵਾਲੀ ਗੱਲ। ਮੈਂ ਇਹ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਉਹਦੇ 'ਚੋਂ ਰਾਹਤ ਮਿਲਣੀ ਸੀ, ਥੋੜ੍ਹੀ ਦੇ ਦਿੰਦੇ, ਪੂਰੀ ਨਾ ਦਿੰਦੇ। ਕੋਈ ਹਿਸਾਬ ਕਿਤਾਬ ਲਾ ਕੇ ਜੱਜਮੈਂਟ ਕਿਸੇ ਇਕਨੋਮਿਸਟ ਜਾਂ ਹੋਰ ਕਿਸੇ ਨਾਲ ਗੱਲ ਕਰਕੇ ਕਰਨੀ ਚਾਹੀਦੀ ਸੀ, ਉਹ ਟਾਲ ਦਿੱਤੀ। ਪਰ ਨਾਲ ਹੀ ਦੂਜੇ ਪਾਸੇ ਡਾਕਟਰਾਂ ਦੇ ਹੱਕ 'ਚ, ਕਿਉਂਕਿ ਉਹਨਾਂ ਦੇ ਉਹ ਆਪਣੇ ਵੀ ਹੱਕ 'ਚ ਗੱਲ ਜਾਂਦੀ ਆ, ਉਹ ਦੇਸ਼ ਦੇ ਵੀ ਹੱਕ 'ਚ ਜਾਂਦੀ ਆ, ਉਹ ਗੱਲ ਤੇ ਜ਼ਰੂਰ ਕਿਹਾ ਕਿ ਡਾਕਟਰਾਂ ਨੂੰ ਤੰਗ ਨਾ ਕਰੋ, ਡਾਕਟਰਾਂ ਨੂੰ ਜਿੱਥੇ ਜਿੱਥੇ ਅਕੋਮੋਡੇਸ਼ਨ ਜੇ ਨਹੀਂ ਮਿਲਦੀ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਔਰ ਡਾਕਟਰਾਂ ਦੀਆਂ ਜਿਹੜੀਆਂ ਉੱਥੇ ਹੜਤਾਲਾਂ ਚੱਲ ਰਹੀਆਂ ਆ ਦਿੱਲੀ ਦੇ ਅੰਦਰ ਕਿ ਸਾਨੂੰ ਇਹਨੇ 4-4 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਤੇ ਉਹ ਵੀ ਉਹਨਾਂ ਨੂੰ ਕਿਹਾ ਕਿ ਖਬਰਦਾਰ ਇਹਨਾਂ ਨੂੰ ਤਨਖਾਹਾਂ ਦਿਓ, ਜੇ ਇਹ ਭੁੱਖੇ ਮਰ ਗਏ ਤੇ ਲੜਨਗੇ ਕੀ, ਭੁੱਖੇ ਪੇਟ ਨਹੀਂ ਭਗਤੀ ਹੁੰਦੀ। ਇਸ ਕਰਕੇ ਉਹ ਵੀ ਉਹਨਾਂ ਨੇ ਜਿਹੜਾ ਸੁਜੈਸ਼ਨ ਸਾਰਿਆਂ ਨੂੰ ਦਿੱਤਾ ਕਿ ਇਹ ਤੁਸੀਂ ਡਾਕਟਰਾਂ ਦੀ ਪੂਰੀ ਦੇਖ ਰੇਖ ਕਰੋ, ਇਹ ਚੰਗੀ ਗੱਲ ਕੀਤੀ ਹੈ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਗਲੀ ਖਬਰ ਅਸੀਂ ਲੈ ਲਈਏ ਤਾਂ ਜੋ ਸ਼ਰਾਬ ਮਾਫੀਏ ਦੀ ਗੱਲ ਕਰਦੇ ਹਾਂ, ਪੰਜਾਬ ਵਿੱਚ ਬੜੇ ਵੱਡੇ ਪੱਧਰ ਤੇ ਸ਼ਰਾਬ ਮਾਫੀਆ ਹੋ ਰਿਹਾ ਜੀ। ਕੱਲ ਪਿੰਡ ਮਾਜਰੀ ਦੇ ਵਿੱਚ ਛਾਪਾ ਮਾਰ ਕੇ 2 ਲੱਖ ਲੀਟਰ ਲਾਹਨ ਬਰਾਮਦ ਕੀਤੀ ਗਈ ਹੈ। ਜੇ ਪਿਛਲੇ 1 ਮਹੀਨੇ ਦੀ ਗੱਲ ਕਰ ਲਈਏ ਤਾਂ ਹੁਣ ਤੱਕ 8 ਲੱਖ ਲੀਟਰ ਲਾਹਨ ਜਿਹੜੀ ਹੈ ਉਹ ਨਾਜਾਇਜ਼ ਤਰੀਕੇ ਨਾਲ ਤਿਆਰ ਕੀਤੀ ਗਈ ਤੇ ਉਸ ਨੂੰ ਛਾਪੇਮਾਰੀ ਕਰਕੇ ਜਿਹੜਾ ਹੈ ਬਰਾਮਦ ਕੀਤਾ ਗਿਆ। ਤੁਸੀਂ ਕੀ ਕਹੋਗੇ ਇਸ ਸ਼ਰਾਬ ਮਾਫੀਏ ਤੇ ਜੋ ਪੰਜਾਬ ਵਿੱਚ ਚੱਲ ਰਿਹਾ? ਇਸੇ ਕਰਕੇ ਨਾ ਜਿਹੜਾ ਤੁਸੀਂ ਹੁਣ ਵੀ ਹੱਸਣ ਵਾਲੀ ਗੱਲ ਵੀ ਆ ਤੇ ਸ਼ਰਮ ਵਾਲੀ ਗੱਲ ਵੀ ਹੈਗੀ ਹੈ, ਉਹ ਇਹ ਕਿ ਜਿਹੜੀ ਦਾਰੂ ਆ ਉਹ ਸਾਰੇ ਦੇਣੀ 8 ਵਜੇ ਤੱਕ ਮਿਲੂਗੀ। ਇਹ ਵੀ ਐਸੈਂਸ਼ੀਅਲ ਮੈਡੀਸਨ ਆ, ਇਹ ਬਹੁਤ ਹੀ ਜ਼ਰੂਰੀ ਹੈ, ਇਹਦੇ ਬਗੈਰ ਤੇ ਬੰਦਾ ਮੰਜੀ ਤੋਂ ਨਹੀਂ ਉੱਠ ਸਕਦਾ। ਇਸ ਕਰਕੇ ਉਹਨੂੰ ਅੱਜ ਦੀ ਡੇਟ ਦੇ ਵਿੱਚ ਵੀ ਦਾਰੂ ਨੂੰ 8 ਵਜੇ ਤੱਕ ਸਾਰੇ ਦੇਣੀ ਖੋਲ ਕੇ ਰੱਖਿਆ। ਜਾਣੀ ਬੇਸ਼ਰਮੀ ਇਹ ਹੈ ਕਿ ਜਿਵੇਂ ਬਾਕੀ ਕਹਿਤਾ ਅਸੈਂਸ਼ੀਅਲ ਚੀਜ਼ਾਂ, ਜਾਣੀ ਜੇ ਦਾਰੂ ਬਹੁਤ ਹੀ ਅਸੈਂਸ਼ੀਅਲ ਹੈ, ਇਹਦੇ ਬਗੈਰ ਨਹੀਂ ਕੰਮ ਚੱਲਦਾ, ਇਹ ਜ਼ਰੂਰੀ ਹੈਗੀ। ਉਸ ਮਤਲਬ ਜੇ ਅਸੈਂਸ਼ੀਅਲ ਦੀ ਕੈਟੇਗਰੀ 'ਚ ਲਓਗੇ ਸਰਕਾਰ ਦੀ ਭਾਸ਼ਾ 'ਚ ਤੇ ਇਹ ਤੇ ਬੇਸ਼ਰਮੀ ਦੀ ਗੱਲ ਆ। ਪਰ ਉਹਦੇ ਤੋਂ ਪੈਸੇ ਵੱਟਣ ਦੀ ਜਿਹੜੀ ਸਰਕਾਰ ਨੂੰ ਪੁੱਛ ਪਿਆ ਆ, ਉਹ ਪੂਰਾ ਇਸ ਕਰਕੇ ਨਹੀਂ ਹੁੰਦਾ ਕਿ ਕੁਝ ਬੰਦੇ ਹੀ ਜਿਹੜੇ ਪ੍ਰਭਾਵੀ ਬੰਦੇ ਆ, ਉਹ ਸਰਕਾਰ ਦੇ ਕੁਝ ਪ੍ਰਭਾਵੀ ਹੋਰ ਰਾਜਨੀਤਿਕ ਲੋਕਾਂ ਨਾਲ ਰਲ ਕੇ ਪ੍ਰਾਈਵੇਟ ਕੰਮ ਪੈਰਲਲ ਵੱਡੇ ਪੱਧਰ ਤੇ ਸ਼ੁਰੂ ਹੋਇਆ। 8 ਲੱਖ ਲੀਟਰ ਲਾਹਨ ਥੋੜੀ ਨਹੀਂ ਹੁੰਦੀ, ਔਰ ਇਹ ਲਗਾਤਾਰ ਚੱਲਦਾ। ਇੱਧਰੋਂ ਤੋੜੋਗੇ, ਮੁੜ ਕੇ ਉੱਥੇ ਅਗਲੇ ਦਿਨ 3 ਦਿਨ ਬਾਅਦ ਜਾਓਗੇ ਫਿਰ ਭੱਠੀਆਂ ਲੱਗੀਆਂ ਹੋਣੀਆਂ, ਉੱਧਰੋਂ ਤੁਸੀਂ ਤੋੜ ਕੇ ਨਹਿਰ 'ਚ ਸੁੱਟੋਗੇ ਜਾਂ ਦਰਿਆ 'ਚ ਸੁੱਟੋਗੇ, ਉਹ ਫੇਰ ਲੱਗ ਜਾਂਦੀਆਂ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਵੱਡਾ ਨੈਕਸਸ ਹੈਗਾ। ਜਦ ਤੱਕ ਉਹ ਨੈਕਸਸ ਨਹੀਂ ਖਤਮ ਹੁੰਦਾ ਉਦੋਂ ਤੱਕ ਇਹ ਸਾਨੂੰ ਛੜਾਵਾ ਆ, ਦਿਖਾਵਾ ਆ, ਫੋਟੋ ਇੱਕ ਦਿਨ ਲਵਾ ਦੇਣਗੇ। ਦੇਖੋ ਸਰਕਾਰ ਕਿੰਨੀ ਮਿਹਨਤ ਕਰ ਰਹੀ ਆ, ਕਿੰਨਾ ਕੁਛ ਇਹਨਾਂ ਨੇ ਕਰ ਲਿਆ। ਸਵਾਲ ਹੈ ਕਿ ਤੁਹਾਡੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਕਿੰਨਾ ਆਇਆ, ਸਾਨੂੰ ਉਹ ਦੱਸੋ। ਉਹ ਹਾਲਤ ਤੇ ਇਹ ਹੈ ਕਿ ਫੈਕਟਰੀਆਂ ਦੇ ਅੰਦਰ ਬਿਨਾਂ ਅਕਸਾਈ ਤੋਂ ਟਰੱਕਾਂ ਦੇ ਟਰੱਕ ਬਾਹਰ ਕੱਢ ਕੇ ਪੈਰਲਲ ਵੇਚੀ ਜਾਂਦੇ ਆ।
ਇਹ ਇਸ ਕਿਸਮ ਦੀ ਮਿਸਮੈਨੇਜ ਤੇ ਮਿਸ ਗਵਰਨੈਂਸ ਜਿਹਨੂੰ ਕਹਿੰਦੇ ਆ, ਇਹ ਰਾਜ ਨਹੀਂ ਹੈ। ਇਹ ਤੇ ਜਿਹਨੂੰ ਕਹੋ ਕਿ ਜਿਹਦਾ ਲੱਗ ਜੇ ਦਾ ਉਹਦਾ ਹੀ ਆ, ਦਾ ਲੱਗੇ ਦੀ ਗੱਲ ਆ। ਇਸ ਕਰਕੇ ਇਸ ਨੂੰ ਕਿਸੇ ਕਾਨੂੰਨ ਦੇ ਜ਼ਾਬਤੇ 'ਚ ਸਾਰੀ ਚੀਜ਼ ਨੂੰ ਲਿਆਉਣ। ਸਾਡੇ ਸੂਬੇ ਦੀ ਬੜੀ ਮਾੜੀ ਹਾਲਤ ਆ ਆਉਣ ਵਾਲੇ ਸਮੇਂ 'ਚ, ਜਿਵੇਂ ਗੜਕ ਕੇ ਬੋਲ ਰਿਹਾ, ਉਹ ਹੋਰ ਵੀ ਮਾੜੀ ਕਿਸਾਨਾਂ ਦੀ ਹੋ ਸਕਦੀ ਹੈ। ਜੇ 4 ਪੈਸੇ ਹੋਣਗੇ ਤੇ ਆਪਣੇ ਕਿਸਾਨਾਂ ਨੂੰ ਅਸੀਂ ਸਾਂਭ ਲਵਾਂਗੇ। ਇਸ ਲਈ ਇਹ ਇਕੱਲਾ ਛਾਪੇ ਨਾ ਮਾਰਨ ਤੇ ਧਿਆਨ ਰੱਖਣ, ਬਾਕੀ ਚੋਰ ਮੋਰੀਆਂ ਵੀ ਬੰਦ ਕਰਨ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਇੱਕ ਵਾਰ ਫਿਰ ਅਸੀਂ ਸੈਂਟਰ ਤੇ ਚਲੇ ਜਾਈਏ ਤਾਂ ਨਿਰਮਲਾ ਸੀਤਾਰਮਨ ਜਿਹੜੇ ਵਿੱਤ ਮੰਤਰੀ ਨੇ ਸਾਡੇ ਦੇਸ਼ ਦੇ, ਉਹਨਾਂ ਵੱਲੋਂ GST ਮੀਟਿੰਗ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਉਗਰਾਹੀ ਜਿਹੜੀ ਆ ਬਹੁਤ ਘਟੀ ਹੈ। ਤੇ ਹੁਣ ਜਿਹੜਾ ਪੰਜਾਬ ਦਾ ਇੰਨਾ ਮੁਆਵਜ਼ਾ ਹੈ ਪ੍ਰੋਫੈਸਰ ਸਾਹਿਬ 15,858 ਕਰੋੜ ਦਾ, ਉਹਦੇ ਤੇ ਵੀ ਹੁਣ ਸੰਕਟ ਪੈ ਗਿਆ ਪੰਜਾਬ ਵਾਲਿਆਂ ਨੂੰ ਕਿ ਸਾਨੂੰ ਕਿਵੇਂ ਮਿਲੂਗਾ, ਜਦੋਂ ਕਹਿ ਰਹੇ ਨੇ ਸਾਡੇ ਕੋਲ ਉਗਰਾਹੀ ਨਹੀਂ ਆ ਰਹੀ GST ਦੀ। ਮਨਦੀਪ ਤੁਸੀਂ ਤੇ ਆਪ ਹੀ ਉਹ ਗੱਲ ਕਹਿਤੀ ਜਿਹੜੀ ਮੈਂ ਕਹਿ ਰਿਹਾ ਕਿ ਉੱਥੇ ਦਿੱਲੀ 'ਚ ਹੋਰ ਵੀ ਭੁੱਖਮਰੀ ਫੈਲੀ ਹੋਈ ਆ, ਤੇ ਉਹ ਤੇ ਕਹਿੰਦੇ ਆ ਕਿ ਸਾਡੇ ਕੋਲ 45% ਸਾਰਾ ਇਕੱਠਾ ਹੈ ਨਾ, 55% ਇਕੱਠਾ ਹੋਇਆ, 45% ਪਿਛਲੇ ਸਾਲ ਨਾਲੋਂ ਇਸੇ ਸਮੇਂ ਦੌਰਾਨ ਘੱਟ ਹੋਇਆ। ਜਿੰਨਾ ਇਹਨਾਂ ਨੂੰ ਉਮੀਦ ਸੀ ਉਹਦੇ ਨਾਲੋਂ 45% ਘੱਟ ਇਕੱਠਾ ਹੋਇਆ। ਇਹਦਾ ਮਤਲਬ ਉਹਨਾਂ ਦੇ ਭੁੱਖਮਰੀ ਦਿਖਾਤੀ ਵੀ ਸਾਡੇ ਕੋਲ ਨਾ ਉਮੀਦ ਰੱਖਿਓ। ਇੱਧਰ ਇਹ ਉਮੀਦ ਲਾਈ ਬੈਠੇ ਆ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਜਿੱਦਣ GST ਲਾਗੂ ਕੀਤੀ ਸੀ ਸੂਬਿਆਂ ਦੇ ਨਾਲ ਕਿ 2022 ਤੱਕ ਜਿੰਨਾ ਵੀ ਤੁਹਾਡਾ ਘਾਟਾ ਹੋਊਗਾ ਉਹ ਪੂਰਾ ਕਰਾਂਗੇ। ਹੁਣ ਨਾ ਤੇ ਉਹਨਾਂ ਨੇ ਉਦੋਂ ਟਿੱਡੀ ਦਲ ਦੇਖਿਆ ਸੀਗਾ, ਨਾ ਅਮਫਾਨ ਦੇਖਿਆ ਸੀਗਾ, ਨਾ ਉਹਨਾਂ ਨੇ ਇਹ ਕਰੋਨਾ ਵਾਇਰਸ ਦੇਖਿਆ ਸੀ। ਹੁਣ ਇਹਨਾਂ ਹਾਲਾਤਾਂ 'ਚ ਉਹ ਕਹਿੰਦੇ ਆ ਕਿ ਚਮਗਾਦੜਾ ਵਾਂਗੂ ਹਮ ਵੀ ਲਟਕੇ ਤੁਮ ਵੀ ਲਟਕੋ, ਤੇ ਜੇ ਅਸੀਂ ਭੁੱਖੇ ਮਰਾਂਗੇ ਤੇ ਸੂਬੇ ਵੀ ਭੁੱਖੇ ਮਰਨ। ਇਸੇ ਕਰਕੇ ਸਾਡੇ ਦੇਸ਼ ਦੇ ਵਿੱਚ ਸੈਂਟਰਲਾਈਜ਼ ਸਿਸਟਮ ਨਹੀਂ ਚੱਲ ਸਕਦਾ। ਸਾਡੇ ਦੇਸ਼ 'ਚ ਸੰਘੀ ਢਾਂਚਾ ਹੀ ਮਜ਼ਬੂਤ ਹੋ ਸਕਦਾ ਜਿੱਥੇ ਪੰਚਾਇਤਾਂ ਦੇ ਆਧਾਰਿਤ ਮਜ਼ਬੂਤ ਲੋਕਤੰਤਰ ਹੋਵੇ, ਥੱਲਿਓਂ ਉੱਪਰ ਨੂੰ ਚੱਲੇ। ਇਹ ਜਿਹੜਾ ਦਿੱਲੀ ਤੋਂ ਆਦਤ ਬਣਾਈ ਹੈ ਕਿ ਸਾਰਾ ਕੁਝ ਉੱਥੋਂ ਮਿਲੂਗਾ, ਮੂੰਹ ਖੋਲ ਕੇ ਬੈਠੇ ਰਹੇ ਨੇ, ਉਹ ਸਾਨੂੰ ਇਹੋ ਜਿਹੀ ਨਿਰਭਰਤਾ ਨੂੰ ਖਤਮ ਕਰਕੇ ਆਪਣੇ ਆਪਣੇ ਸੂਬਿਆਂ ਨੂੰ ਮਜ਼ਬੂਤ ਕਰਨਾ ਚਾਹੀਦਾ, ਔਰ ਆਪਣੇ ਹੱਕ ਹਕੂਕ ਨੂੰ ਵੀ, ਆਪਣੀ ਰਾਜਨੀਤੀ ਨੂੰ ਵੀ, ਆਪਣੇ ਲੋਕਾਂ ਦੀਆਂ ਸਿਹਤਾਂ ਨੂੰ ਵੀ, ਇਹ ਸਾਰਾ ਕੁਝ ਤਕੜਾ ਕਰਨਾ ਚਾਹੀਦਾ। ਇਹ ਤਾਂ ਦੇਸ਼ ਚੱਲੂਗਾ। ਨਹੀਂ ਤੇ ਹੁਣ ਵੇਖ ਲਓ ਕਿਵੇਂ ਜਾਨ ਕੜਿੱਕੀ 'ਚ ਫਸੀ ਆ। ਇਹ ਉਹਨਾਂ ਤੋਂ ਉਮੀਦ ਲਾਈ ਬੈਠੇ ਹੋ ਕਹਿੰਦੇ ਸਾਡੇ ਕੋਲ ਹੈ ਨਹੀਂ। ਹੁਣ ਉਹ ਕਹਿ ਰਹੇ ਆ ਕਿ ਅਸੀਂ ਕਰਜ਼ੇ ਲੈ ਕੇ ਦੇਵਾਂਗੇ, ਫਿਰ ਕਹਿਣਗੇ ਕਰਜ਼ੇ ਮਿਲਦੇ ਨਹੀਂ, ਕਰਜ਼ੇ ਮਹਿੰਗੇ ਬਹੁਤ ਆ। ਉਹ ਕਰਜ਼ੇ ਇਹਨਾਂ ਦੇ ਪਾ ਦੇਣਗੇ। ਸਾਡੇ ਕੋਲ ਪਹਿਲਾਂ ਹੀ ਇੰਨਾ ਕਰਜ਼ਾ ਚੜਿਆ ਪਿਆ, ਮੇਰਾ ਖਿਆਲ ਹੈ 2.5 ਲੱਖ ਕਰੋੜ ਤੱਕ ਤੇ ਹੋ ਹੀ ਗਿਆ ਸੂਬੇ ਦੇ ਉੱਤੇ, ਹੁਣ ਤੱਕ ਹੋ ਜਾਊਗਾ, ਨਹੀਂ ਤੇ ਹੋ ਜਾਊਗਾ ਕਾਫੀ। ਇਸ ਕਰਕੇ ਅਸੀਂ ਤੇ ਕਰਜ਼ਿਆਂ ਥੱਲੇ ਦੱਬੇ ਆ। ਇਹ ਸਾਰੇ ਸਿਸਟਮ ਨੂੰ ਰੀਵਰਕ ਕਰਨ ਦੀ ਲੋੜ ਆ। ਕੱਲਾ ਕਰੋਨਾ ਦੀ ਗੱਲ ਨਹੀਂ ਹੈ। ਤੁਸੀਂ, ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੰਦਾ ਕਿ ਕਰੋਨਾ ਨਾਲੋਂ ਵੀ ਜ਼ਿਆਦਾ ਭਿਆਨਕ ਸਾਨੂੰ ਅਰਥ ਵਿਵਸਥਾ ਦੀ ਜਿਹੜੀ ਨਾਕਾਮਯਾਬੀ ਹੈ ਜਾਂ ਉਹਦੀ ਨਲਾਇਕੀ ਹੈ, ਉਹਦੇ ਇਵਜ਼ ਵਿੱਚ ਸਾਨੂੰ ਬਹੁਤ ਕੁਝ ਭੁਗਤਣਾ ਪੈ ਸਕਦਾ। ਵੱਡੇ ਪੱਧਰ ਤੇ ਸਿਵਲ ਡਿਸਟਰਬੈਂਸ ਹੋ ਸਕਦੀ ਹੈ, ਸਿਵਲ ਵਾਰ ਤੱਕ ਗੱਲ ਜਿਹੜੀ ਹੈ ਉਹ ਪਹੁੰਚ ਸਕਦੀ ਹੈ। ਇਸ ਗੱਲ ਲਈ ਸਾਨੂੰ ਇਹ ਜਿਹੜਾ ਰਾਜਨੀਤਿਕ ਸੰਕਟ ਬਣ ਸਕਦਾ, ਉਸ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੇ ਕਮਰ ਕੱਸੇ ਕੱਸੀਏ ਔਰ ਲੋਕਾਂ ਨੂੰ ਕਿਵੇਂ ਉਹਨਾਂ ਦੇ ਮੂੰਹ 'ਚ ਰੋਟੀ ਲਗਾਤਾਰ ਪੈਂਦੀ ਰਹੇ ਜਾਂ ਕੁਛ ਨਾ ਕੁਛ ਉਹਨਾਂ ਨੂੰ ਵੋਟ ਪੋਟ ਦਿੰਦੇ ਰਹੀਏ। ਇਹ ਬਹੁਤ ਅਤੀ ਜ਼ਰੂਰੀ ਹੈ। ਪਰ ਸਾਡੀ ਸਰਕਾਰਾਂ ਜਦੋਂ ਇਹ ਹੀ ਕਹਿਣ ਲੱਗ ਜਾਣ ਅਸੀਂ ਭੁੱਖੇ ਮਰ ਰਹੇ ਹਾਂ, ਸਾਡੇ ਕੋਲ ਕੁਛ ਨਹੀਂ, ਤੇ ਇਹਦਾ ਮਤਲਬ ਲੋਕਾਂ ਨੂੰ ਕਰੋਨਾ ਤੋਂ ਵੀ ਤੇ ਉਹਨਾਂ ਦੀ ਆਰਥਿਕ ਹਾਲਤ ਤੋਂ ਵੀ ਉਹਨਾਂ ਨੂੰ ਆਪਣੇ ਹਾਲ ਤੇ ਛੱਡਣ ਦੀ ਤਿਆਰੀ ਹੋ ਰਹੀ ਹੈ। ਮਨਦੀਪ ਬਿਲਕੁਲ, ਤੁਸੀਂ ਵਾਰ-ਵਾਰ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਸਹੀ ਹੈ ਕਿ ਕਰੋਨਾ ਨਾਲੋਂ ਜ਼ਿਆਦਾ ਡਰ ਜਿਹੜਾ ਹੈ ਆਰਥਿਕ ਸਿਚੁਏਸ਼ਨ ਜਿਹੜੀ ਸਾਡੀ ਤੰਗ ਹੋ ਰਹੀ ਹੈ ਦੇਸ਼ ਦੀ ਤੇ ਆਮ ਲੋਕਾਂ ਦੀ, ਉਹਦੇ ਤੋਂ ਜ਼ਿਆਦਾ ਡਰ ਲੱਗ ਰਿਹਾ ਸਾਰਿਆਂ ਨੂੰ ਹੀ। ਜੇ ਹੁਣ ਅਸੀਂ ਅਗਲੀ ਖਬਰ ਲੈ ਲਈਏ ਪ੍ਰੋਫੈਸਰ ਸਾਹਿਬ, ਵਿਆਹਾਂ ਦੀ ਗੱਲ ਕਰ ਲਈਏ। ਆਮ ਤੌਰ ਤੇ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਵਿਆਹਾਂ ਤੇ ਲੱਖਾਂ ਕਰੋੜਾਂ ਰੁਪਏ ਖਰਚੇ ਜਾਂਦੇ ਸੀ, ਪਰ ਹੁਣ ਇਸ ਲੋਕਡਾਊਨ ਦੌਰਾਨ ਕਰੋਨਾ ਦੇ ਕਰਕੇ ਜਿਹੜੇ ਵਿਆਹਾਂ ਦੇ ਖਰਚੇ ਬਿਲਕੁਲ ਹੀ ਘਟ ਗਏ। ਕੋਈ ਮੋਟਰਸਾਈਕਲ ਤੇ ਬਿਠਾ ਕੇ ਆਪਣੀ ਵਾਈਫ ਨੂੰ ਲਈ ਆਉਂਦਾ, ਵਿਆਹ ਹੋ ਜਾਂਦਾ, ਕੋਈ ਟਰੈਕਟਰ ਤੇ ਬਿਠਾ ਕੇ ਲਈ ਜਾਂਦਾ ਜੀ। ਹੁਣ ਵੀ ਤਾਂ ਉਹੀ ਵਿਆਹ ਹੋ ਰਹੇ ਨੇ। ਇਹ ਚਰਨਜੀਤ ਭੁੱਲਰ ਨੇ ਬੜੀ ਸੋਹਣੀ ਸਟੋਰੀ ਲਾਈ ਆ, ਤੇ ਮੈਨੂੰ ਹਮੇਸ਼ਾ ਉਹ ਮਿਹਨਤ ਕਰਕੇ ਚੰਗੀ ਗੱਲ ਲਿਖਦਾ ਆ, ਤੇ ਇਹ ਉਹਨੇ ਸਟੋਰੀ ਬਣਾ ਕੇ ਕਿ ਹਰ ਜ਼ਿਲ੍ਹੇ 'ਚ 80 ਤੋਂ 100 ਵਿਆਹ ਹੋ ਰਹੇ ਆ, ਚੁੱਪ ਚਪੀਤੇ ਹੀ ਹੋ ਜਾਂਦੇ ਆ। ਕਈਆਂ ਨੇ ਤੇ ਬਿਲਕੁਲ ਹੀ ਸਸਤਾ ਕਰਤਾ, 1 ਰੁਪਏ ਵਾਲਾ ਵੀ ਵਿਆਹ ਹੋਇਆ, ਵੀ ਲੈ ਮਤਲਬ ਸ਼ਗਨ ਹੋ ਗਿਆ। ਕਿ ਜਾਣੀ ਇਹ ਜਿਹੜੀ ਹੈ ਨਾ ਹਿੰਮਤ ਵਾਲੀ ਗੱਲ, ਇਹ ਜਿਹੜਾ ਬਦਲਾਓ ਆਉਣਾ ਬਹੁਤ ਜ਼ਰੂਰੀ ਸੀ। ਇਹ ਫਾਰਮਰ ਦੇ ਪੁਆਇੰਟ ਆਫ ਵਿਊ ਨਾਲ, ਕਿਸੇ ਵੀ ਹੋਰ ਪੁਆਇੰਟ ਆਫ ਵਿਊ ਨਾਲ, ਭਾਵੇਂ ਇਹ ਮਜਬੂਰੀ 'ਚ ਹੋਇਆ, ਅਕਲ 'ਚੋਂ ਜਾਂ ਸੋਚ 'ਚੋਂ ਸਮਝ 'ਚੋਂ ਨਹੀਂ ਹੋਇਆ, ਪਰ ਇਸ ਮਜਬੂਰੀ ਦਾ ਵੀ ਫਾਇਦਾ ਲੈਣਾ ਚਾਹੀਦਾ। ਗਾਂ ਸਾਨੂੰ ਇਹ ਰਵਾਇਤ ਬਣਾਉਣੀ ਚਾਹੀਦੀ। ਨੰਬਰ 2, ਇਹਦੇ ਨਾਲ ਜਿਹੜੀ ਵੱਡੇ ਪੱਧਰ ਤੇ ਜਿਹੜੀ ਮੈਂ ਪਹਿਲਾਂ ਹੀ ਗੱਲ ਕੀਤਾ, ਬੇਰੁਜ਼ਗਾਰੀ ਬਹੁਤ ਫੈਲ ਗਈ ਆ। ਕੇਟਰਿੰਗ ਵਾਲੇ ਘਰੇ ਬੈਠ ਗਏ, ਉਹ ਜਿਹੜੇ ਡੀਜੇ ਵਾਲੇ ਗਾਉਣ ਵਜਾਉਣ ਵਾਲੇ ਸੀ ਘਰੇ ਬੈਠ ਗਏ, ਉਹ ਕੁੜੀਆਂ ਜਿਹੜੀਆਂ ਨੱਚਦੀਆਂ ਸੀ ਉਹ ਘਰੇ ਬੈਠ ਗਈਆਂ, ਜਿਹੜੇ ਇੱਕ ਦਿਨ ਪਹਿਲਾਂ ਫਿਲਮ 1.5 ਲੱਖ 2 ਲੱਖ ਰੁਪਈਆ ਲਾ ਕੇ ਬਣਾਉਂਦੇ ਸੀ ਉਹ ਘਰੇ ਬੈਠ ਗਏ, ਜਿਹੜੇ ਉੱਪਰ ਡਰੋਨ ਨਾਲ ਤੁਹਾਡੀ ਸਾਰੀ ਫਿਲਮਿੰਗ ਕਰਦੇ ਸੀਗੇ ਉਹ ਵੀ ਬੈਠ ਗਏ।
ਤੇ दारू ਵਾਲੇ ਤੇ ਬੈਠ ਹੀ ਜਾਣਗੇ। ਜਦੋਂ ਜਦੋਂ ਸਸਤਾ ਵਿਆਹ ਕਰਨਾ ਤੇ दारू ਵਾਲੇ ਵੀ ਬੈਠਣਗੇ। ਇਸ ਕਰਕੇ ਮੈਨੂੰ ਲੱਗਦਾ ਬਾਕੀ ਜਿਹੜਾ ਚੀਜ਼ਾਂ ਸਾਰੀਆਂ ਉਹਦੇ ਨਾਲ ਜਿਹੜੇ ਨਾਲ ਜੁੜੀਆਂ ਹੁੰਦੀਆਂ, ਜਿਨ੍ਹਾਂ ਦੇ ਰੋਟੀ ਪਾਣੀ ਉਹਦੇ 'ਚ ਚੱਲ ਰਿਹਾ ਹੁੰਦਾ, ਆ ਜਿਹੜੇ ਵੱਡੇ ਵੱਡੇ ਮੈਰਿਜ ਪੈਲਸ ਵਾਲੇ ਆ ਉਹਨਾਂ ਨੂੰ ਤੇ ਚਲੋ ਮੇਰਾ ਖਿਆਲ ਲਾਇਬ੍ਰੇਰੀਆਂ ਖੋਲ੍ਹ ਦੇਣੀਆਂ ਚਾਹੀਦੀਆਂ। ਇਹ ਤੇ ਪੰਜਾਬ ਦਾ ਭਲਾ ਹੋਊਗਾ ਤੇ ਸਰਕਾਰ ਨੂੰ ਉਹਨਾਂ ਦੀ ਮਦਦ ਕਰ ਦੇਣੀ ਚਾਹੀਦੀ ਜੋ ਕਿ ਜ਼ਿਆਦਾ ਘਾਟਾ ਪਏ। ਤੇ ਜਾਂ ਉਹਦੇ 'ਚ ਹੋਰ ਕਮਿਊਨਿਟੀ ਸੈਂਟਰ ਸੋਹਣੇ ਸੋਹਣੇ, ਕਿਉਂਕਿ ਏਸੀ ਤੇ ਲੱਗੇ ਜਾਂ ਬਣਾਉਣੇ ਚਾਹੀਦੇ ਆ। ਉੱਥੇ ਕਿਸਾਨ ਸਭਾਵਾਂ ਚੰਗੀਆਂ ਮੀਟਿੰਗ ਕਰਿਆ ਕਰਨ, ਮਜ਼ਦੂਰ, ਟੀਚਰ, ਉਹਨਾਂ ਨੂੰ ਮੀਟਿੰਗਾਂ ਲਈ ਦੇ ਦੇਣੇ ਚਾਹੀਦੇ, ਮੀਟਿੰਗ ਹਾਲ ਬਣਾ ਦੇਣੇ ਚਾਹੀਦੇ ਆ। ਆਹ ਕੰਮ ਨੂੰ ਜਾਰੀ ਰੱਖਣਾ ਚਾਹੀਦਾ ਤੇ ਇਹਦੀ ਬੱਲੇ ਬੱਲੇ ਕਰਾਉਣੀ ਚਾਹੀਦੀ ਆ। ਜਿਹੜਾ ਘਾਟਾ ਪੈ ਰਿਹਾ, ਬਾਕੀ ਜਿਹੜੇ ਉਹਨਾਂ ਤੇ ਨਿਰਭਰ ਸੀਗੇ ਲੋਕ, ਉਹਨਾਂ ਦਾ ਵੀ ਕੁਛ ਨਾ ਕੁਛ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕੋਈ ਨਹੀਂ, ਤੁਸੀਂ ਇੱਕ ਪਾਸੇ 4 ਪੈਸੇ ਬਚੇ ਆ, ਤੁਹਾਡਾ ਵੀ ਅਸੀਂ ਕੁਛ ਕਰਦੇ ਹਾਂ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਬਹੁਤ ਸੋਹਣੀ ਤੁਸੀਂ ਗੱਲ ਕੀ ਹੈ ਕਿ ਭਾਵੇਂ ਕਿ ਜਿਹੜੇ ਹਾਲਾਤਾਂ ਦੇ ਅਕੋਰਡਿੰਗ ਜਿਹੜੇ ਵਿਆਹ ਹੁਣ ਸਾਦੇ ਹੋ ਰਹੇ ਨੇ, ਪਰ ਸਾਨੂੰ ਥੋੜ੍ਹਾ ਜਿਹਾ ਸੋਚ ਲੈਣਾ ਚਾਹੀਦਾ ਹੈ ਕਿ ਜੇ ਇਸ ਤਰ੍ਹਾਂ ਵੀ ਵਿਆਹ ਹੋ ਸਕਦੇ ਤੇ ਫਿਰ ਇੰਨਾ ਵਿਖਾਵਾ ਕਰਨ ਦੀ, ਇੰਨਾ ਖਰਚਾ ਕਰਨ ਦੀ ਕੋਈ ਜ਼ਿਆਦਾ ਲੋੜ ਨਹੀਂ ਹੋਣੀ ਚਾਹੀਦੀ। ਕਿਉਂਕਿ ਇਹ ਤਾਂ 2 ਪਰਿਵਾਰਾਂ ਦੇ ਸੰਬੰਧ ਹੁੰਦੇ ਨੇ, 2 ਪਰਿਵਾਰਾਂ ਨੇ ਆਪਸ ਵਿੱਚ ਸੰਬੰਧ ਜੋੜਨੇ ਹੁੰਦੇ ਨੇ, 2 ਆਤਮਾਵਾਂ ਦਾ ਰਿਸ਼ਤਾ ਹੁੰਦਾ ਹੈ। ਸੱਚਮੁੱਚ ਹੀ ਵਿਆਹ ਸਾਦੇ ਤਰੀਕੇ ਨਾਲ ਹੀ ਜਿਹੜੇ ਨੇ ਉਹ ਦੇਸ਼ ਵਿੱਚ ਕਰਨ ਦਾ ਰੁਝਾਨ ਜਿਹੜਾ ਵਧਣਾ ਚਾਹੀਦਾ। ਪ੍ਰੋਫੈਸਰ ਸਾਹਿਬ, ਹੁਣ ਸਮਾਂ ਹੋ ਗਿਆ ਜੀ, ਇਜਾਜ਼ਤ ਲੈ ਲੈਣ ਦਾ। ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ ਮਨਦੀਪ, ਤੁਸੀਂ ਹਿੰਮਤ ਨਾਲ ਰੋਜ਼ ਆਉਂਦੇ ਆ ਤੇ ਸਾਰੇ ਲੋਕਾਂ ਨੂੰ ਆਪਣੀ ਵਿਚਾਰ ਦੱਸਦੇ ਆ, ਮੈਨੂੰ ਵੀ ਮੌਕਾ ਦਿੰਦੇ ਆ। ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਦਰਸ਼ਕਾਂ ਦਾ। ਅਸੀਂ ਦੱਸ ਦਈਏ ਕਿ ਪ੍ਰੋਗਰਾਮ ਸਿੱਧੀ ਗੱਲ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਚੜ੍ਹਦੀ ਕਲਾ ਟਾਈਮ TV ਤੇ 12:30 ਵਜੇ ਵੇਖ ਸਕਦੇ ਹੋ ਤੇ YouTube ਤੇ Facebook ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਵੀ ਵੇਖ ਸਕਦੇ ਹੋ ਜੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ ਜੀ।